ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਜਹ ਬੈਸਾਲਹਿ ਤਹ ਬੈਸਾ ਸੁਆਮੀ। ਜਹ ਭੇਜਹ ਤਹ ਜਾਵਾ। ਸਭ ਨਗਰੀ ਮਹਿ ਏਕੋ ਰਾਜਾ। ਸਭੇ ਪਵਿੱਤ ਹੈ ਥਾਵਾ। ਜਹ ਬੈਸਾਲਹਿ ਤਹ ਬੈਸਾ ਸੁਆਮੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਘਰ ਪਹਿਲਾ। ਜਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤੀਸਰੇ ਗੁਰਾਂ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕਰਕੇ ਸ੍ਰੀ ਖਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਭੇਜ ਦਿੱਤਾ, ਤਦ ਮਾਰੂ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਘਰ ਪਹਿਲੇ ਸੁਰਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ। ਇੱਕ ਓੰਕਾਰ। ਪਹਿਲਾਂ ਮੰਗਲ ਕਰ ਰਹੇ ਨੇ ਕਿ ਇੱਕ ਅਦੁੱਤੀ ਪਰਮੇਸ਼ਰ ਹੈ ਓੰਕਾਰ ਜੋ ਕਿ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜਹ ਬੈਸਾਲਹਿ ਤਹ ਬੈਸਾ ਸੁਆਮੀ। ਹੇ ਮਾਲਕ ਗੁਰੂ ਜੀ, ਜਿੱਥੇ ਆਪ ਜੀ ਮੈਨੂੰ ਬਿਠਾਵੋਗੇ ਉੱਥੇ ਹੀ ਮੈਂ ਬੈਠਾਂਗਾ। ਜਹ ਭੇਜਹ ਤਹ ਜਾਵਾ। ਅਤੇ ਜਿੱਥੇ ਆਪ ਜੀ ਭੇਜੋਗੇ ਉੱਥੇ ਹੀ ਮੈਂ ਜਾਣਾ ਕਰਾਂਗਾ, ਉੱਥੇ ਹੀ ਮੈਂ ਜਾ ਕੇ ਰਹਾਂਗਾ। ਸਭ ਨਗਰੀ ਮਹਿ ਏਕੋ ਰਾਜਾ। ਸਾਰੀਆਂ ਨਗਰੀਆਂ ਵਿੱਚ ਇੱਕੋ ਰਾਜਾ ਪ੍ਰਕਾਸ਼ ਸਰੂਪ ਪਰਮੇਸ਼ਰ ਹੀ ਹੈ। ਖਡੂਰ ਸਾਹਿਬ ਦੇ ਵਿੱਚ ਵੀ ਉਹੀ ਹੈ,
ਗੋਇੰਦਵਾਲ ਸਾਹਿਬ ਵਿੱਚ ਵੀ ਉਹੀ ਹੈ। ਸਭੇ ਪਵਿੱਤ ਹੈ ਥਾਵਾ। ਇਸ ਕਰਕੇ ਸਾਰੇ ਅਸਥਾਨ ਪਵਿੱਤਰ ਹੀ ਹਨ। ਇਸੇ ਪ੍ਰਕਾਰ ਸਭ ਨਗਰੀ ਮਹਿ ਇੱਕੋ ਰਾਜਾ। ਸਭ ਦੇਹਾਂ ਰੂਪ ਨਗਰੀਆਂ ਦੇ ਵਿੱਚ ਜਿਹੜਾ ਰਾਜਾ ਹੈ ਅਕਾਲ ਪੁਰਖ ਪਰਮਾਤਮਾ ਇੱਕੋ ਪ੍ਰਕਾਸ਼ ਰੂਪ ਹੈ। ਇਸ ਵਾਸਤੇ ਆਰੰਭ ਤੋਂ ਬਖਸ਼ਿਸ਼ ਕਰਦੇ ਨੇ। ਜਹ ਬੈਸਾਲ ਹੈ ਤਹ ਬੈਸਾ ਸੁਆਮੀ। ਹੇ ਸੁਆਮੀ ਮਾਲਕ ਪਰਮੇਸ਼ਰ ਜੀ, ਜਿੱਥੇ ਤੁਸੀਂ ਮੈਨੂੰ ਤੁਰੀਆ ਪਦ ਵਿੱਚ ਬਿਠਾਵੋਗੇ ਉਥੇ ਹੀ ਮੈਂ ਬੈਠਾਂਗਾ। ਜਹ ਭੇਜਹ ਤਹ ਜਾਵਾ। ਅਤੇ ਜਿੱਥੇ ਤੁਸੀਂ ਮੈਨੂੰ ਚਿਦਾਕਾਸ਼ ਸਰੂਪ ਦੇ ਵਿੱਚ ਭੇਜਣਾ ਕਰੋਗੇ ਉਥੇ ਹੀ ਮੈਂ ਜਾਣਾ ਕਰਾਂਗਾ, ਕਿਉਂਕਿ ਸਭ ਨਗਰੀ ਮਹਿ ਇੱਕੋ ਰਾਜਾ। ਸਾਰੀਆਂ ਦੇਹਾਂ ਰੂਪ ਨਗਰੀਆਂ ਵਿੱਚ ਇੱਕੋ ਤੂੰ ਹੀ ਪ੍ਰਕਾਸ਼ ਰੂਪ ਹੈ। ਸਭੇ ਪਵਿੱਤ ਹੈ ਥਾਵਾ। ਅਤੇ ਤੂੰ ਆਪ ਹੀ ਸਾਰੇ ਅਧਿਕਾਰੀਆਂ ਦੇ ਗੁਰੂ ਉਪਦੇਸ਼ ਦੁਆਰਾ ਪਵਿੱਤਰ ਹੋਏ ਅੰਤःਕਰਨ ਰੂਪੀ ਅਸਥਾਨ ਵਿੱਚ ਤੁਰੀਆ ਅਤੀਤ ਹੋ ਕੇ ਮਿਲਣ ਵਾਲਾ ਹੈ। ਬਾਬਾ ਇਹ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇਹ ਵਸਾ ਸੱਚ ਗਾਵਾ। ਜਿੱਥੇ ਤੁਸੀਂ ਵਸਾ ਦੇਣਾ ਚਾਹੁੰਦੇ ਹੋ ਅਸੀਂ ਉਸ ਸੱਚੇ ਨਗਰ ਵਿੱਚ ਵਸਣਾ ਕਰੀਏ ਜਾਂ ਸਾਨੂੰ ਸੱਚੇ ਗਾਮ ਦੇ ਵਿੱਚ ਵਸਣਾ ਦਿਓ। ਇਸੇ ਪ੍ਰਕਾਰ ਬਾਬਾ ਦੇਹ ਵਸਾ ਸੱਚ ਗਾਵਾ। ਬਾਬਾ ਹੈ ਪਰਮੇਸ਼ਰ, ਜਿਤਨਾ ਚਿਰ ਦੇਹ ਵਿੱਚ ਵਸਦਾ ਰਹਾ ਉਤਨਾ ਚਿਰ ਤੇਰੇ ਸੱਚੇ ਗੁਣ ਸੱਚੇ ਨਾਮ ਤੇ ਇਹਨਾਂ ਨੂੰ ਮੈਂ ਗਾਉਂਦਾ ਰਹਾ, ਜਾਂ ਅਖੰਡ ਚੇਤਨ ਦੇਹ ਵਿੱਚ ਵਸਦਾ ਰਹਾ ਅਤੇ ਤੇਰਾ ਸੱਚਾ ਉਪਦੇਸ਼ ਗ੍ਰਹਿਣ ਕਰਕੇ ਤੇਰੇ ਸਰੂਪ ਦੇ ਗਿਆਨ ਦੀ ਪ੍ਰਾਪਤੀ ਬਾਬਤ ਮੈਂ ਗਾਉਂਦਾ ਰਹਾ ਜੀ। ਇਸੇ ਪ੍ਰਕਾਰ ਬਾਬਾ ਦੇਹ ਵਸਾ ਸੱਚ ਗਾਵਾ। हे ਪਰਮੇਸ਼ਰ, ਸਤ ਸੰਗਤ ਰੂਪੀ ਸੱਚੇ ਗਾਉਂ ਨਗਰ ਦੇ ਵਿੱਚ ਮੈਨੂੰ ਵਸਣਾ ਦਿਓ ਜੀ। ਜਿਸ ਸਤ ਸੰਗਤ ਰੂਪੀ ਨਗਰ ਤੋਂ ਜਾਤੀ ਸਹਿਜ ਸਹਿਜ ਸਮਾਵਾ। ਸਹਿਜ ਗਿਆਨ ਦੀ ਪ੍ਰਾਪਤੀ ਕਰਕੇ ਤੇਰੇ ਸਹਿਜ ਸਰੂਪ ਦੇ ਵਿੱਚ ਮੈਂ ਸਮਾ ਜਾਵਾਂ ਜੀ। ਬੁਰਾ ਭਲਾ ਰਹਾਉ ਨਹੀਂ ਆਖਿਆ, ਰਹਾ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਹਨ। ਬੁਰਾ ਭਲਾ ਕਿਛ ਆਪਸ ਤੇ ਜਾਣਿਆ। ਬੁਰਾ ਅਤੇ ਭਲਾ ਕਰਮਾਦਕ ਸਭ ਕੁਝ ਜੀਵਾਂ ਨੇ ਆਪਣੇ ਆਪ ਤੋਂ ਹੋਇਆ ਜਾਣਿਆ ਹੈ। ਭਾਵ ਆਪਣੇ ਆਪ ਨੂੰ ਕਰਤਾ ਮੰਨਿਆ ਹੋਇਆ ਹੈ। ਇਸੇ ਕਰਕੇ ਏਈ ਸਗਲ ਵਿਕਾਰਾ। ਇਹੀ ਸਾਰੇ ਵਿਕਾਰਾਂ ਨੂੰ ਪੈਦਾ ਕਰਨ ਦਾ ਕਾਰਨ ਹੈ। ਜਾਂ ਜੀਵਾਂ ਨੇ ਹੰਗਤਾ ਕਰਕੇ ਆਪਣੇ ਆਪ ਤੋਂ ਕਿਸੇ ਨੂੰ ਬੁਰਾ ਤੇ ਕਿਸੇ ਨੂੰ ਭਲਾ ਸਮਝਿਆ ਹੋਇਆ ਹੈ। ਇਹੀ ਹੰਗਤਾ ਸਾਰੇ ਵਿਕਾਰਾਂ ਨੂੰ ਪੈਦਾ ਕਰਨੇ ਵਾਲੀ ਹੈ। ਇਹੋ ਫੁਰਮਾਇਆ ਖਸਮ ਕਹੋਆ। ਹੇ ਮਾਲਕ ਪਰਮੇਸ਼ਰ, ਇਹ ਜੀਵ ਜਿਹੋ ਜਿਹੇ ਰਾਜਸੀ ਤਾਮਸੀ ਸਾਂਤਕੀ ਗੁਣਾਂ ਵਾਲੇ ਸੀ ਉਹੋ ਜਿਹਾ ਹੀ ਆਪ ਜੀ ਦਾ ਹੁਕਮ ਹੋਇਆ ਹੈ, ਜਾਂ ਇਹੀ ਹੁਕਮ ਆਪ ਜੀ ਦਾ ਹੋਇਆ ਹੈ, ਜਾਂ ਇਹ ਸਭ ਕੁਝ ਆਪ ਜੀ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਵਰਤਾ ਇਹੋ ਸੰਸਾਰਾ। ਅਤੇ
ਆਪ ਜੀ ਦੇ ਹੁਕਮ ਦੇ ਵਿੱਚ ਹੀ ਸੰਸਾਰ ਦਾ ਵਰਤਾਵਾ ਵਰਤ ਰਿਹਾ ਹੈ। ਇੰਦਰੀ ਧਾਤ ਸਬਲ ਕਹੀਅਤ ਹੈ। ਇੰਦਰੀਆਂ ਦੀ ਧੌਣੀ ਸਹਿਤ ਬਲ ਦੇ ਵਿਕਾਰਾਂ ਮਲ ਕਹੀ ਦੀ ਹੈ। ਇੰਦਰੀ ਕਿਸ ਤੇ ਹੋਈ। ਇਹ ਇੰਦਰੀਆਂ ਕਿਸ ਤੋਂ ਪੈਦਾ ਹੋਈਆਂ ਨੇ? ਭਾਵ ਤੇਰੀ ਸੱਤਾ ਪਾ ਕੇ ਹੀ ਇੰਦਰੀਆਂ ਦੌੜਦੀਆਂ ਨੇ, ਜਾਂ ਤੇਰੀ ਪ੍ਰੇਰਨਾ ਸਦਕਾ ਤੇ ਜੀਵਾਂ ਦੀ ਕਰਨੀ ਅਨੁਸਾਰ ਕਈਆਂ ਦੀਆਂ ਇੰਦਰੀਆਂ ਬੁਰੇ ਪਾਸੇ ਅਤੇ ਕਈਆਂ ਦੀਆਂ ਇੰਦਰੀਆਂ ਚੰਗੇ ਪਾਸੇ ਲੱਗੀਆਂ ਹੋਈਆਂ ਹਨ। ਆਪੇ ਖੇਲ ਕਰੈ ਸਭ ਕਰਤਾ। ਹੇ ਕਰਤਾ ਪੁਰਖ ਪਰਮੇਸ਼ਰ, ਤੂੰ ਆਪ ਹੀ ਸਾਰੇ ਕੌਤਕ ਕਰਦਾ ਹੈ। ਐਸਾ ਬੂਝੈ ਕੋਈ। ਪਰ ਅਜਿਹਾ ਕੋਈ ਵਿਰਲਾ ਗੁਰਮੁਖ ਹੀ ਹੈ ਜੋ ਇਸ ਵਿਚਾਰ ਨੂੰ ਜਾਂ ਪਰਮਾਰਥ ਦੀ ਵਿਚਾਰ ਨੂੰ ਬੁੱਝਦਾ ਭਾਵ ਸਮਝਦਾ ਹੈ। ਗੁਰ ਪ੍ਰਸਾਦੀ ਏਕ ਲਿਵ ਲਾਗੀ। ਜਿਸ ਦੀ ਗੁਰਾਂ ਦੀ ਕਿਰਪਾ ਦੁਆਰਾ ਇੱਕ ਰਸ ਵਾਹਿਗੁਰੂ ਦੇ ਵਿੱਚ ਲੇਵ ਬਿਰਤੀ ਲੱਗੀ ਹੋਈ ਹੈ। ਦੁਬਿਧਾ ਤਦੇ ਬਿਨਾਸੀ। ਉਸ ਦੀ ਉਸ ਵੇਲੇ ਹੀ ਦ્વੈਤ ਭਾਵਨਾ ਨਾਸ਼ ਹੋ ਗਈ ਹੈ। ਜੋ ਤਿਸ ਬਾਣਾ ਸੋ ਸਤ ਕਰ ਮਾਨਿਆ। ਜਿਹੜਾ ਉਸ ਵਾਹਿਗੁਰੂ ਨੂੰ ਭਾਉਂਦਾ ਹੈ, ਜਿਸ ਨੇ ਉਸ ਨੂੰ ਸੱਚਾ ਕਰਕੇ ਮੰਨ ਲਿਆ ਹੈ। ਕਾਟੀ ਜਮ ਕੀ ਫਾਸੀ। ਉਸ ਦੀ ਜਮਨ ਦੀ ਜਾਂ ਜੰਮਣ ਮਨ ਦੀ ਫਾਹੀ ਕਟੀ ਗਈ ਹੈ। ਆਨੰਦ ਨਾਨਕ ਲਿਖਾ ਮਾਗੈ ਕਵਨਾ। ਸਤਿਗੁਰੂ ਜੀ ਭਾਣਨ ਤੇ ਉਚਾਰਨ ਕਰਦੇ ਨੇ ਕਿ ਜਦ ਜਾ ਚੁਕੈ ਮਨ ਅਭਿਮਾਨਾ। ਜਾ ਚੁਕਾ ਮਨ ਅਭਿਮਾਨਾ। ਜਦੋਂ ਮਨ ਹਿਰਦੇ ਵਿੱਚੋਂ ਦੇ ਜਾਂ ਗੁਣਾਂ ਦਾ ਹੰਕਾਰ ਚੁੱਕਿਆ ਗਿਆ, ਜਾਂ ਅਬ ਹਿਰਦੇ ਦੀ ਮਨੌਤ ਮੰਨੀ ਹੋਈ ਚੁੱਕੀ ਗਈ, ਤਦ ਫਿਰ ਲੇਖਾ ਮੰਗੈ ਕਮਨ। ਕਿਸ ਨੇ ਹਿਸਾਬ ਕਿਤਾਬ ਮੰਗਣਾ ਹੈ? ਭਾਵ ਕਿਸੇ ਨੇ ਵੀ ਹਿਸਾਬ ਕਿਤਾਬ ਨਹੀਂ ਮੰਗਣਾ। ਤਾਸ ਤਾਸ ਧਰਮ ਰਾਈ ਜਪਤ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਏ ਸੱਚੇ ਕੀ ਸਰਨਾ। ਜੋ ਸੱਚੇ ਅਕਾਲ ਪੁਰਖ ਦੀ ਓਟ ਵਿੱਚ ਪੈ ਕੇ ਮੁਕਤ ਹੋ ਗਿਆ ਹੈ, ਉਸ ਦੇ ਅੰਦਰ ਪਰਮੇਸ਼ਰ ਦੀ ਜੋਤ ਪ੍ਰਗਟ ਹੋਈ ਜਾਣ ਕੇ ਧਰਮ ਰਾਜਾ ਵੀ ਤਰਾ ਕਰੋ ਭਾਵ ਰੱਖਿਆ ਕਰੋ ਇਸ ਤਰ੍ਹਾਂ ਜਪਦਾ ਹੈ। ਜਾਂ ਜੋ ਸੱਚੇ ਦੀ ਸ਼ਰਨ ਵਿੱਚ ਪਏ ਨੇ, ਤਾਸ ਉਸ ਦੇ ਨਾਮ ਨੂੰ ਧਰਮ ਰਾਏ ਜਪਦਾ ਹੈ, ਧਰਮ ਰਾਜਾ ਜਪਦਾ ਹੈ। ਆਵਣ ਜਾਣਾ ਮਾਰੂ ਮਹੱਲਾ ਤੀਜਾ। ਮਾਰੂ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਅਗਲਾ ਪਾਵਨ ਸ਼ਬਦ ਉਚਾਰ ਰਹੇ ਹਨ। ਆਵਣ ਜਾਣਾ ਨਾ ਥੀਐ। ਇਹ ਭਾਈ ਨਾਮ ਅੰਮ੍ਰਿਤ ਦੇ ਅਭਿਆਸ ਦੇ ਪ੍ਰਤਾਪ ਨਾਲ ਜਨਮ ਧਾਰ ਕੇ ਆਉਣਾ ਤੇ ਮਰ ਕੇ ਬਾਰ-ਬਾਰ ਜੋ ਨਵੇਂ ਜਾਣਾ, ਇਹ ਨਹੀਂ ਹੁੰਦਾ ਹੈ। ਨਿਜ ਘਰ ਵਾਸਾ ਹੋਏ। ਕਿਉਂਕਿ ਫਿਰ ਆਪਣੇ ਸੱਚ ਸਰੂਪ ਰੂਪੀ ਜਾਂ ਤੁਰਿਆ ਪਦ ਰੂਪ ਘਰ ਦੇ ਵਿੱਚ ਨਿਵਾਸ ਹੋ ਜਾਂਦਾ ਹੈ। ਸੱਚ ਖਜ਼ਾਨਾ ਬਖਸਿਆ। ਜਾਂ ਨਿਜ ਘਰ ਵਾਸਾ ਹੋਏ, ਆਪਣੇ ਸਾਧ ਸੰਗਤ ਰੂਪੀ ਘਰ ਦੁਆਰਾ ਨਾਮ ਦੇ ਵਿੱਚ ਵਾਸਾ ਹੁੰਦਾ ਹੈ, ਅਤੇ ਜਿਨ੍ਹਾਂ ਦਾ ਨਾਮ ਦੇ ਵਿੱਚ ਵਾਸਾ ਹੁੰਦਾ ਹੈ ਉਹਨਾਂ ਦਾ ਸਵੈ ਸਰੂਪ ਰੂਪੀ ਘਰ ਵਿੱਚ ਵਾਸਾ ਹੁੰਦਾ ਹੈ। ਜਾਂ ਜਿਹੜੇ
ਆਪਣੇ ਤੁਰੀਆ ਪਦ ਰੂਪ ਘਰ ਵਿੱਚ ਟਿਕਦੇ ਨੇ, ਉਹਨਾਂ ਦਾ ਤੁਰੀਆਤੀਤ ਸਰੂਪ ਰੂਪੀ ਘਰ ਵਿੱਚ ਵਾਸਾ ਹੁੰਦਾ ਹੈ। ਇਉਂ ਫਿਰ ਉਹਨਾਂ ਦਾ ਜੰਮ ਕੇ ਆਉਣਾ ਅਤੇ ਮਰ ਕੇ ਜਾਣਾ ਇਹ ਨਹੀਂ ਹੁੰਦਾ। ਸੱਚ ਖਜ਼ਾਨਾ ਬਖਸ਼ਿਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਗੁਰਾਂ ਦੁਆਰਾ ਆਪਣੇ ਸੱਚੇ ਨਾਮ ਦਾ ਖਜ਼ਾਨਾ ਬਖਸ਼ਿਆ ਹੈ। ਆਪੇ ਜਾਣੈ ਸੋਇ। ਉਹ ਆਪਣੇ ਸਰੂਪ ਨੂੰ ਜਾਣ ਲੈਂਦੇ ਨੇ, ਜਾਂ ਉਹ ਆਪੇ ਹੀ ਉਸ ਆਨੰਦ ਨੂੰ ਜਾਣਦੇ ਨੇ, ਜਾਂ ਉਹਨਾਂ ਨੂੰ ਪਰਮੇਸ਼ਰ ਆਪਣੀ ਸ਼ੋਭਾ ਦੇ ਤਾਈਂ ਕਰਨ ਵਾਲੇ ਜਾਣਦਾ ਹੈ। ਏ ਮਨ ਹਰਿ ਜੀਉ ਚੇਤ ਤੂੰ। ਇਹ ਜੀਵ ਇਸ ਮਨ ਨੂੰ ਸਿਮਰਨ ਵਿੱਚ ਜੋੜਨ ਵਾਸਤੇ ਤੂੰ ਹਰੀ ਪਰਮੇਸ਼ਰ ਜੀ ਨੂੰ ਚੇਤਨਾ ਕਰ, ਯਾਦ ਕਰ। ਮਨ ਹੋ ਤਜ ਵਿਕਾਰ। ਅਤੇ ਹਿਰਦੇ ਦੇ ਵਿੱਚੋਂ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਤਿਆਗ ਦੇਣਾ ਕਰ। ਜਾਂ ਹੇ ਮਨਾ ਤੂੰ ਪਰਮੇਸ਼ਰ ਜੀ ਨੂੰ ਹਰ ਵਕਤ ਯਾਦ ਕਰ। ਅਤੇ ਹੇ ਮਨਾ ਆਪਣੇ ਅੰਦਰੋਂ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਤਿਆਗ ਦੇਣਾ ਕਰ। ਮਨ ਦੇ ਵਿਕਾਰ ਕਿਵੇਂ ਮਿਟਦੇ ਨੇ ਤਾਂ ਗੁਰੂ ਸਾਹਿਬ ਜੀ ਉੱਤਰ ਬਖਸ਼ਦੇ ਹਨ। ਗੁਰ ਕਾ ਸ਼ਬਦ ਧਿਆਏ ਤੂੰ। ਇਹ ਭਾਈ ਤੂੰ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ। ਆ ਸੱਚ ਲੱਗੀ ਪਿਆਰ। ਜਦ ਲਾਹੌਰ ਵਿੱਚ ਸਤਿਗੁਰਾਂ ਦੇ ਪਾਵਨ ਸਰੂਪਾਂ ਦੀ ਛਪਾਈ ਹੁੰਦੀ ਸੀ ਤਦ ਉਸ ਛਾਪੇ ਦੀਆਂ ਸਾਰੀਆਂ ਬੀੜਾਂ ਵਿੱਚ ਤਾਂ ਪਦ ਹੁੰਦਾ ਸੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਕਥਾ ਵਿੱਚ ਤਾਂ ਸੱਚ ਲੱਗੀ ਪਿਆਰ ਇਹ ਪਾਠ ਕਰਵਾਇਆ ਹੈ। ਤਾਂ ਅੱਖਰ ਸ਼ੁੱਧ ਹੈ। ਅੱਜ ਕੱਲ੍ਹ ਤਾਂ ਅੱਖਰ ਖਾ ਗਏ ਨੇ। ਇਸ ਤਰ੍ਹਾਂ ਹੀ ਲਿਖ ਦਿੱਤਾ ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲੱਗੀ ਪਿਆਰ। ਤਾਂ ਅੱਖਰ ਇਹ ਜ਼ਰੂਰੀ ਹੈ। ਤਾਂ ਤਦ ਤੇਰਾ ਸੱਚ ਸਰੂਪ ਦੇ ਵਿੱਚ ਪਿਆਰ ਲੱਗੇਗਾ ਅਤੇ ਮਨ ਦੇ ਵਿਕਾਰ ਮਿਟ ਜਾਣਗੇ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਐਥੈ ਨਾਵ ਹੋ ਭੁੱਲਿਆ। ਜੀਵ ਨੇ ਇਸ ਲੋਕ ਦੇ ਵਿੱਚ ਆ ਕੇ ਜਾਂ ਮਨੁੱਖਾ ਜਨਮ ਪਾ ਕੇ ਪਰਮੇਸ਼ਰ ਦਾ ਨਾਮ ਜਪਣਾ ਭੁੱਲਣਾ ਕੀਤਾ ਫਿਰ ਹੈ। ਹੱਥ ਕਿਥਾਉ ਪਾਈ। ਫਿਰ ਹੱਥ ਕਿਥਾਉ ਨਾ ਪਾਈ। ਇਸੇ ਕਰਕੇ ਫਿਰ ਉਸ ਦਾ ਕਿਤੇ ਵੀ ਹੱਥ ਨਹੀਂ ਬਹਿੰਦਾ। ਭਾਵ ਫਿਰ 84 ਲੱਖ ਜੂਨਾਂ ਵਿੱਚ ਪਰਮ ਦਾ ਰਹਿੰਦਾ ਹੈ। ਕਿਤੇ ਵੀ ਮੁਕਤ ਹੋਣ ਲਈ ਹੱਥ ਨਹੀਂ ਬਹਿੰਦਾ। ਕਿਸੇ ਵੀ ਯਤਨ ਨਾਲ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋਵੇਗੀ। ਸੋ ਜਿਹੜੇ ਅੱਜ ਕੱਲ੍ਹ ਦੇ ਸਰੂਪ ਨੇ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਉਹ ਹੁਣ ਖਾ ਗਏ ਨੇ। ਜਿਹੜਾ ਤਾਂ ਅੱਖਰ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ ਪਹਿਲੇ ਵੀ ਸਰੂਪ ਤੁਸੀਂ ਵੇਖੋਗੇ ਪੁਰਾਤਨ, ਮੈਂ ਸੰਬੜ ਪਾਠ ਦੀ ਸੇਵਾ ਨਿਭਾਉਂਦਾ ਰਿਹਾ, ਲੜੀਵਾਰ ਸਰੂਪ, ਉਹਨਾਂ 'ਚ ਪਾਠ ਇਹੀ ਆਉਂਦੇ ਨੇ ਜਿਹੜੇ ਅਸਾਂ ਨੇ ਛਾਪੇ ਨੇ ਮਹਿਤਾ ਸਾਹਿਬ ਵੱਲੋਂ ਸੈਂਚੀਆਂ ਦੇ ਵਿੱਚ ਜਾਂ ਸਟੀਕਾਂ ਛਪੀਆਂ ਨੇ। ਪਰ ਜਿਹੜੇ ਅੱਜ ਕੱਲ੍ਹ ਦੇ ਵਿਦਵਾਨ ਨੇ, ਪਤਾ ਨਹੀਂ ਉਹਨਾਂ ਨੂੰ ਕਿਹਨਾਂ ਨੇ ਮੱਤ ਦਿੱਤੀ ਹੈ, ਉਹ ਆਪਦੀ ਮਰਜ਼ੀ ਦੇ ਨਾਲ ਹੀ ਫੈਸਲੇ ਲਈ ਜਾਂਦੇ ਨੇ। ਜਿਵੇਂ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ, ਇਹਦੇ ਅੱਗੇ ਧਨਾਸਰੀ ਮਹੱਲਾ ਪੰਜਵਾਂ। ਸ਼੍ਰੋਮਣੀ ਕਮੇਟੀ ਦੇ ਜਿਹੜੇ ਪਹਿਲੇ ਪੁਰਾਤਨ ਸਰੂਪ ਛਪੇ ਹੁੰਦੇ ਜੀ ਉਹਨਾਂ 'ਚ ਨਹੀਂ ਸੀ ਹੁੰਦਾ। ਪਰ ਅੱਜ ਕੱਲ੍ਹ ਜਿਹੜੇ ਪਾਤਸ਼ਾਹ ਪਾਵਨ ਸਰੂਪ ਨੇ, SGPC ਨੇ, ਕਿਉਂਕਿ ਰਾਜ ਹੀ ਸ਼੍ਰੋਮਣੀ ਕਮੇਟੀ ਦਾ, ਜੋ ਮਰਜ਼ੀ ਧੱਕੇ ਨਾਲ ਕਰੀ ਜਾਂਦੇ ਨੇ, ਕਿਸੇ ਦੀ ਗੱਲ ਮੰਨਦੇ ਹੈ ਨਹੀਂ। ਜੋ ਮਨ ਚਾਹੁੰਦਾ ਅਤੇ ਉਹੀ ਕਰੀ ਜਾਂਦੇ ਹਨ। ਤੋ ਉਹਨਾਂ ਨੇ ਧਨਾਸਰੀ ਮਹੱਲਾ ਪਤਾ ਨਹੀਂ ਪੰਜਵਾਂ ਕਿੱਥੋਂ ਵੇਖ ਕੇ ਛਾਪ ਦਿੱਤਾ, ਅਖੇ ਜੀ ਇਹ ਲਿਖਾਰੀਆਂ ਕੋਲੋਂ ਗਲਤੀ ਹੋਈ ਹੈ। ਹੋਰ ਵੀ
ਇਸ ਤਰ੍ਹਾਂ ਦੇ ਕਈ ਉਦਾਹਰਨਾਂ ਨੇ। ਇਹ ਜਿਹੜਾ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਨਾਵੇ ਵਾਲਾ ਸ਼ਬਦ ਹੈ, ਇਹ 674 ਅੰਗ ਦੇ ਹੈ। ਇਹ ਵਿਦਵਾਨਾਂ ਨੇ ਤਨਾਸਰੀ ਮਹਲਾ ਪੰਜਵਾਂ ਆਪਦੀ ਮਰਜ਼ੀ ਨਾਲ ਲਿਖਿਆ ਹੈ। ਜਿਹੜੇ ਅੱਜ ਕੱਲ੍ਹ ਪ੍ਰਚਲਿਤ ਸਰੂਪ ਨੇ ਪੁਰਾਤਨ ਸਰੂਪ ਨਹੀਂ ਸੀ ਹੁੰਦਾ। ਇਸੇ ਤਰ੍ਹਾਂ 662 ਅੰਗ ਤੇ ਤਨਾਸਰੀ ਮਹੱਲਾ ਪਹਿਲਾ, ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਤਪੈ ਹਿਆਉ ਜੀੜਾ ਬਿਲ ਆਏ। ਤੇ ਫਿਰ ਤਨਾਸਰੀ ਮਹੱਲਾ ਤੀਜੇ ਦਾ ਸ਼ਬਦ ਹੈ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮ ਅੰਦਰਵੈ ਰਹਿਲ ਵਿਲਾਏ। ਅੱਜ ਕੱਲ੍ਹ ਦੇ ਵਿਦਵਾਨ ਟਪਲਾ ਖਾ ਗਏ ਕਿ ਸ਼ਬਦ ਚੱਲ ਰਹੇ ਨੇ ਪਹਿਲੇ ਪਾਤਸ਼ਾਹ ਦੇ ਵਿੱਚ, ਤੀਜਾ ਪਾਤਸ਼ਾਹ ਕਿੱਧਰੋਂ ਆ ਵੜਿਆ। ਉਹਨਾਂ ਮੂਰਖਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ। ਮਹਾਂਪੁਰਖਾਂ ਤੋਂ ਮੈਂ ਕਥਾ ਸੁਣੀ ਹੈ, ਸਾਰੇ ਥੋੜ੍ਹਾ ਸੁਣਦੇ ਨੇ। ਉਹਨਾਂ ਨੇ ਦੱਸਿਆ ਹੈ ਕਿ ਤੀਜੇ ਪਾਤਸ਼ਾਹ ਦਾ ਦੀਵਾਨ ਲੱਗਿਆ ਸੀਗਾ। ਇਹ ਜਿਹੜਾ ਸ਼ਬਦ ਹੈ ਇਹ ਕੁਐਸਚਨ ਰੂਪ ਹੈ, ਕਿਉਂ ਸਿਮਰੀ ਸਿਵਰਿਆ ਨਹੀਂ ਜਾਏ। ਸੰਗਤਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਵੀ ਇਹਦਾ ਉੱਤਰ ਕੀ ਹੈ, ਤਾਂ ਤੀਜੇ ਪਾਤਸ਼ਾਹ ਨੇ ਤਨਾਸਰੀ ਮਹੱਲਾ ਤੀਜਾ ਉਚਾਰਿਆ, ਨਦਰ ਕਰੇ ਤਾਂ ਸਿਮਰਿਆ ਜਾਏ। ਪੰਜਵੇਂ ਪਾਤਸ਼ਾਹ ਬੜੇ ਸਿਆਣੇ ਸਨ। ਉਹਨਾਂ ਸੋਚਿਆ ਵੀ ਪ੍ਰਸ਼ਨ ਕਿਤੇ ਉੱਤਰ ਕਿਤੇ, ਅਤੇ ਉਹਨਾਂ ਨੇ ਤੀਜੇ ਪਾਤਸ਼ਾਹ ਦਾ ਸ਼ਬਦ ਪਹਿਲੇ ਪਾਤਸ਼ਾਹ ਦੇ ਨਾਲ ਹੀ ਲਿਖ ਦਿੱਤਾ, ਪ੍ਰਸ਼ਨ ਉੱਤਰ ਜਾਣਗੇ। ਕੰਬੀਨੇਸ਼ਨ ਬਣ ਗਿਆ ਨਾ, ਕਿ ਉਹ ਸਿਮਰੀ ਸਿਵਰਿਆ ਨਹੀਂ ਜਾਏ। ਅਤੇ ਤਨਾਸਰੀ ਮਹੱਲਾ ਤੀਜਾ ਗੁਰੂ ਸਾਹਿਬ ਕਹਿੰਦੇ ਨਦਰ ਕਰੇ ਤਾਂ ਸਿਮਰਿਆ ਜਾਏ। ਹੁਣ ਜੇ ਤੀਜੇ ਪਾਤਸ਼ਾਹ ਦੇ ਚੈਪਟਰ 'ਚ ਲਿਖਦੇ ਫਿਰ ਉੱਥੋਂ ਲੱਭ ਕੇ ਵੇਖਣਾ ਪੈਣਾ ਸੀਗਾ। ਤੋ ਵਿਦਵਾਨਾਂ ਨੇ ਆਪਦੀ ਮਰਜ਼ੀ ਨਾਲ ਉੱਥੇ ਵੀ ਤਨਾਸਰੀ ਮਹੱਲਾ ਪਹਿਲਾ ਲਿਖ ਦਿੱਤਾ। ਤੁਸੀਂ ਸਰੂਪ ਜਿਹੜੇ ਪ੍ਰਕਾਸ਼ ਨੇ ਉਹਨਾਂ ਦੇ ਦਰਸ਼ਨ ਕਰੋਗੇ, ਉੱਥੇ ਤਨਾਸਰੀ ਮਹੱਲਾ ਪਹਿਲਾ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਾਂ ਸ਼ੁੱਧ ਹੈ। ਇਹ ਸ਼ਬਦ ਪਹਿਲੇ ਪਾਤਸ਼ਾਹ ਦਾ ਹੈ। ਅਤੇ ਇਸ ਤੋਂ ਜਿਹੜਾ ਅਗਲਾ ਸ਼ਬਦ ਹੈ ਉਹ ਤੀਜੇ ਪਾਤਸ਼ਾਹ ਦਾ ਹੈ। ਤਨਾਸਰੀ ਮਹੱਲਾ ਤੀਜਾ, ਨਦਰ ਕਰੇ ਤਾਂ ਸਿਮਰਿਆ ਜਾਏ। ਉੱਥੇ ਉਹਨਾਂ ਨੇ ਪਹਿਲਾ ਪਾਤਸ਼ਾਹ ਲਿਖ ਦਿੱਤਾ। ਤਾਂ ਮੇਰਾ ਕਹਿਣ ਦਾ ਭਾਵ ਇਹ ਹੈ, ਹਾਂ, ਨਦਰ ਕਰੇ ਤਾਂ ਸਿਮਰਿਆ ਜਾਏ, ਇਹ ਤੀਜੇ ਪਾਤਸ਼ਾਹ ਦਾ ਸ਼ਬਦ ਹੈ। 661 ਅੰਗ ਦੇ ਉੱਪਰ ਨਦਰ ਕਰੇ ਤਾਂ ਸਿਮਰਿਆ ਜਾਏ। ਇੱਥੇ ਧਨਾਸਰੀ ਮਹੱਲਾ ਪਹਿਲਾ ਤੁਸੀਂ ਲਿਖਿਆ ਪੜ੍ਹੋਗੇ। ਇਹ ਵਿਦਵਾਨਾਂ ਦੀ ਆਪ ਦੀ ਮੱਤ ਹੈ। ਸ਼੍ਰੋਮਣੀ ਕਮੇਟੀ ਦੀ ਪਤਾ ਨਹੀਂ ਮੱਤ ਟਿਕਾਣੀ ਨਹੀਂ ਰਹੀ ਜਾਂ ਪਤਾ ਨਹੀਂ ਕੀ ਹੋ ਗਿਆ। ਉਹ ਪਹਿਲਾਂ ਸੰਪਰਦਾਈ ਮਹਾਂਪੁਰਖਾਂ ਕੋਲੋਂ ਸਾਰੀਆਂ ਸਲਾਹਾਂ ਪੁੱਛਦੇ ਹੁੰਦੇ ਸੀਗੇ, ਕੋਈ ਗੱਲ ਕਰਨੀ ਮਹਾਂਪੁਰਖਾਂ ਨੂੰ ਬੁਲਾਉਣਾ। ਪਰ ਹੁਣ ਇਹ ਆਪਦੀ ਮਰਜ਼ੀ ਕਰੀ ਜਾ ਰਹੇ ਨੇ। ਸਤਿਗੁਰੂ ਜੀ ਇਹਨਾਂ ਨੂੰ ਸਮੱਤ ਬਖਸ਼ਣ। ਗੁਰ ਕਾ ਸ਼ਬਦ ਧਿਆਏ ਤੂੰ। ਇਹ ਭਾਈ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆ ਤੂੰ, ਤਾ ਸੱਚ ਲੱਗੀ ਪਿਆਰ। ਤਾਂ ਤੇਰਾ ਸੱਚ ਸਰੂਪ ਦੇ ਵਿੱਚ ਪਿਆਰ ਲੱਗੇਗਾ ਤੇ ਮਨ ਦੇ ਵਿਕਾਰ ਮਿਟ ਜਾਣਗੇ। ਉਸ ਤਰ੍ਹਾਂ ਕੋਈ ਹੱਲ ਨਹੀਂ ਹੈ। ਰਹਾ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਐਥੈ ਨਾ ਬਹੁ ਭੁੱਲਿਆ। ਜੀਵ ਨੇ ਇਸ ਲੋਕ ਵਿੱਚ ਆ ਕੇ ਜਾਂ ਮਨੁੱਖਾ ਜਨਮ ਪਾ ਕੇ ਪਰਮੇਸ਼ਰ ਦਾ ਨਾਮ ਭੁੱਲਣਾ ਕੀਤਾ ਹੈ। ਫਿਰ ਹੱਥ ਕਿਥਾਉ ਨਾ ਪਾਏ। ਫਿਰ ਉਸ ਦਾ ਕਿਤੇ ਵੀ ਹੱਥ ਨਹੀਂ ਬਹਿੰਦਾ। ਭਾਵ 84 ਲੱਖ ਜੂਨਾਂ 'ਚ ਪਰਮ ਦਾ ਰਹਿੰਦਾ, ਕਿਤੇ ਮੁਕਤ ਹੋਣ ਲਈ ਹੱਥ ਨਹੀਂ ਬਹਿੰਦਾ। ਕਿਸੇ ਵੀ ਯਤਨ ਨਾਲ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਜੋਨੀ ਸਭ ਪਵਾਈਆਂ ਉਸ ਨੂੰ ਸਾਰੀਆਂ ਜੂਨਾਂ 'ਚ ਭਰਮਾਇਆ ਜਾਂਦਾ ਹੈ। ਵਿਸਟਾ ਮਾਹੇ ਪਰ ਸਮਾਏ। ਉਹ ਮਾਤਾ ਦੇ ਗਰਭ ਰੂਪ ਵਿਸ਼ਟਾ ਜਾਂ ਨਰਕਾਂ ਰੂਪੀ ਵਿਸ਼ਟਾ ਜਾਂ ਵਿਸ਼ਿਆ ਰੂਪੀ ਗੰਦਗੀ ਦੇ ਵਿੱਚ ਸਮਾਉਂਦਾ। ਪ੍ਰਤੱਖ ਗੰਦਗੀ ਦਾ ਕੀੜਾ ਬਣਦਾ ਹੈ। ਮਹਾਰਾਜ ਦਾ ਰਹਿਤਨਾਮਿਆਂ 'ਚ ਬਚਨ ਹੈ ਕਿ ਬਿਨ ਜਪ ਜਾਪ ਜਪੇ ਬਿਨਾ ਜੋ ਜੇਵੇ ਪ੍ਰਸਾਦ ਸੋ ਬਿਸ਼ਟਾ ਕਾ ਕਰਮ ਹੋਏ ਜਨਮ ਗਵਾਵੇ ਬਾਦ। ਜਿਹੜਾ ਜਪਜੀ ਸਾਹਿਬ ਤੀਸਰੀ ਜਾਪ ਸਾਹਿਬ ਪੜ੍ਹੀ ਤੋਂ ਬਿਨਾਂ ਹੀ ਰੋਟੀਆਂ ਦੇ ਟੱਕ ਚਾੜ ਦਿੰਦਾ,
ਲਿਆ ਮਾਂ ਪਰੌਂਠੇ, ਪਾਠ ਪੂਜਾ ਕੀਤਾ ਹੀ ਕੋਈ ਨਹੀਂ। ਸਮਝ ਲਓ ਕਿ ਉਹ ਵਿਸ਼ਟਾ ਦੀ ਗੰਦਗੀ ਦਾ ਕੀੜਾ ਹੈ। ਜੋ ਕੀੜਾ ਗੰਦਗੀ 'ਚ ਹੀ ਪਲਦਾ, ਗੰਦਗੀ ਖਾਂਦਾ, ਇਉਂ ਨਾਮ ਵੀ ਹੁਣ ਸੁਨੇ ਸੇ ਮੁਖਾ। ਵਾਹਿਗੁਰੂ ਨਾਮ ਜਪੇ ਤੋਂ ਬਗੈਰ ਮੂੰਹ ਸੁੰਝੇ ਨੇ, ਖਾਲੀ ਨੇ। ਅਤੇ ਜੋ ਵੀ ਅਸੀਂ ਖਾਂਦੇ ਹਾਂ ਉਹਨੂੰ ਤ੍ਰਿਗਾਕਾਰ ਮਹਾਰਾਜ ਨੇ ਆਖਿਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜੀ ਅੰਗ ਚੜਾਇਆ। ਅਸੀਂ ਕੀੜੇ ਖਾਂਦੇ ਹਾਂ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਗੋਏ। ਕਿਤੇ ਦਹੀਂ ਨੂੰ ਵੇਖਿਓ ਲੈਂਸ ਲਾ ਕੇ, ਤੁਸੀਂ ਦਹੀਂ ਖਾਣਾ ਛੱਡ ਜਾਓਗੇ, ਭੁੱਲ ਜਾਓਗੇ ਦਹੀਂ। ਲੱਕੜਾਂ 'ਚ ਵੀ ਕੀੜੇ ਹੁੰਦੇ ਨੇ ਜਿਹੜੀਆਂ ਬਲਦੀਆਂ, ਅਤੇ ਖਾਂਦੇ ਵੀ ਕੀੜੇ ਆ। ਉਹਨਾਂ ਵਿਚਾਰਿਆਂ ਦਾ ਭਲਾ ਕਿਵੇਂ ਹੋਏਗਾ? ਨਾਮ ਦਾ ਜਪਿਆ ਨਹੀਂ। ਅਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਜੋ ਅਸੀਂ ਜਪਜੀ ਸਾਹਿਬ ਦਾ ਪਾਠ ਦੇ ਜਾਪ ਸਾਹਿਬ ਦਾ ਪਾਠ ਆਪਦੀ ਜ਼ਿੰਦਗੀ 'ਚ ਕੰਪਲਸਰੀ ਕਰ ਲਈਏ। ਇਸ ਦੇ ਪੜ੍ਹੇ ਤੋਂ ਬਗੈਰ ਪ੍ਰਸ਼ਾਦ ਪਾਣੀ ਛਕਣਾ ਵਿਵਰਜਿਤ ਹੈ। ਮੈਂ ਹਿਸਾਬ ਲਾਇਆ ਹੈ, ਜੇ ਕਹੀਏ ਵੀ ਇਹ ਬਚਨ ਸਖਤ ਹੈ, ਸਖਤ ਸੁਖਤ ਕੋਈ ਨਹੀਂ ਹੈ। ਓਨਾ ਕੁ ਚਿਰ ਸਖਤ ਹੈ ਜਿੰਨਾ ਕੁ ਚਿਰ ਕਰਦੇ ਨਹੀਂ। ਹੁਣ ਪਤਾ ਵੀ ਰੋਟੀ ਨਹੀਂ ਖਾਣੀ ਤਾਂ ਆਪੇ ਜਪਜੀ ਸਾਹਿਬ ਜਾਪ ਸਾਹਿਬ ਪੜ੍ਹਾਂਗੇ। ਜੇ ਰੋਟੀ ਖਾ ਲਈ, ਢਿੱਡ ਭਰਿਆ, ਕੰਮ ਸਰਿਆ। ਹੁੜ ਹੁੜ ਹਾ ਹਾ, ਢਿੱਡ 'ਤੇ ਹੱਥ ਫੇਰਿਆ, ਪੱਖਾ ਚਲਾਇਆ ਤੇ ਚਲੋ ਮੇਰੇ ਭਾਈ, ਫੂਕਾਂ ਮਾਰਦੀਆਂ ਸਾਰੀ ਅਤੇ ਅੱਖਾਂ ਬੰਦ ਹੋ ਜਾਂਦੀਆਂ। ਰੋਟੀ 'ਚ ਨਸ਼ਾ ਹੀ ਇਹਨਾਂ ਬੰਦੇ ਨੂੰ ਚੇਤਾ ਹੀ ਭੁਲਾ ਦਿੰਦਾ ਸਭ ਗੱਲਾਂ ਦਾ। ਨਹੀਂ ਖਾਧੀ ਤਾਂ ਚੇਤਾ ਰਹੂਗਾ ਵੀ ਨਿਤਨੇਮ ਨਹੀਂ ਕੀਤਾ। ਰਾਤ ਦਾ ਪ੍ਰਸ਼ਾਦਾ ਜੇ ਰਹਿਰਸ ਦਾ ਪਾਠ ਨਹੀਂ ਹੋਇਆ ਤਾਂ ਨਿਯਮ ਬਣਾ ਲਏ ਵੀ ਨਹੀਂ ਛਕਣਾ। ਜੇ ਰਾਤ ਦੀ ਰੋਟੀ ਖਾ ਲਈ ਫਿਰ ਤੂੰ ਕੌਣ ਤੇ ਮੈਂ ਕੌਣ, ਕੱਲ੍ਹ ਨੂੰ ਵੇਖੀ ਜਾਊਗੀ। ਰਹਿਰਸ ਕਿਹੜਾ ਭੱਜੀ ਜਾ ਰਹੀ ਹੈ, ਕੱਲ੍ਹ ਨੂੰ ਫੇਰ ਕਰ ਲਵਾਂਗੇ। ਅਤੇ ਇਸੇ ਪ੍ਰਕਾਰ ਕੀਰਤਨ ਸੋਹਿਲਾ ਉਹ ਵੀ ਝਟਪਟ ਹੀ ਨੇਤਰ ਬੰਦ ਹੋ ਜਾਂਦੇ ਨੇ। ਸੋ ਗੁਰਬਾਣੀ ਦੇ ਨਿਤਨੇਮ ਨੂੰ ਤਾਂ, ਨਿਤਨੇਮ ਦਾ ਮਤਲਬ ਹੈ ਡੇਲੀ ਕੰਟੀਨਿਊ, ਜਿਹਦੇ 'ਚ ਨਾਗਾ ਕੋਈ ਨਾ ਹੋਏ। ਇਹ ਨਿਯਮ ਬਣਾਉਣਾ ਪਏਗਾ, ਨਹੀਂ ਤਾਂ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਹਾਂਜੀ ਫਿਰ ਪੰਕਤੀ, ਵੱਡ ਭਾਗੀ ਗੁਰ ਪਾਇਆ, ਜੋਨੀ ਸਭ ਭੁਆਈਆਂ ਬਿਸ਼ਟਾ ਮਾਹੀ ਸਮਾਈ। ਰੱਬ ਨੇ ਬੰਦਾ ਬਣਾਇਆ ਹੈ, ਬੰਦੋ ਹੋਏ ਬੰਦਗੀ ਗਾਹੈ। ਬੰਦਾ ਹੋ ਕੇ ਬੰਦਗੀ ਨਾ ਕੀਤੀ, ਫਿਰ ਬੰਦਾ ਕਮਾਉਣ ਦਾ ਕੀ ਫਾਇਦਾ? ਸਾਰੀਆਂ ਜੂਨੀਆਂ 'ਚੋਂ ਭਟਕਦਾ ਬੰਦਾ ਬਣਿਆ ਹੈ ਅਤੇ ਫਿਰ ਗੰਦਗੀ ਦੇ ਵਿੱਚ ਹੀ ਸਮਾਇਆ ਹੋਇਆ ਹੈ। ਸਾਰੀ ਰਾਤ ਵਿਸ਼ੇ ਵਕਾਰ, ਸਾਰੀ ਦਿਹਾੜੀ ਵਿਸ਼ਿਆਂ ਦੀਆਂ ਸੋਚਾਂ, ਕਦੀ ਨਹਾ ਧੋ ਕੇ ਸੁੱਚੇ ਮੂੰਹ ਰੱਬ ਦਾ ਨਾਮ ਨਹੀਂ ਲਿਆ, ਤਾਂ ਉਹ ਮਰ ਕੇ ਵੀ ਨਰਕਾਂ ਦੀ ਗੰਦਗੀ 'ਚ ਜਾਂ ਪ੍ਰਤੱਖ ਗੰਦਗੀ ਦਾ ਕੀੜਾ ਬਣਦਾ। ਉਹਦੇ ਖਾਣ ਪੀਣ ਨੂੰ ਤ੍ਰਿਗਾਕਾਰ ਹੈ। ਉਹ ਗੰਦਗੀ ਦੇ ਵਿੱਚ ਹੀ ਪਲਪ ਰਿਹਾ, ਗੰਦਗੀ ਦੇ ਵਿੱਚ ਹੀ ਰਹਿ ਰਿਹਾ ਅਤੇ ਮਰ ਕੇ ਵੀ ਗੰਦਗੀ 'ਚ ਪਏਗਾ। ਉਹ ਤੋਂ ਬਾਅਦ ਫਿਰ ਗਰਭ ਦੀਆਂ ਜੂਨੀਆਂ ਰੂਪੀ ਗੰਦਗੀ 'ਚ ਪੈਂਦਾ ਹੈ। ਉਹਨਾਂ ਦਾ ਜਿਹੜਾ ਜੀਵਨ ਹੈ ਉਹ ਵਿਸ਼ਟਾ ਦੇ ਕੀੜੇ ਤੋਂ ਵੱਧ ਹੋਰ ਕੁਛ ਨਹੀਂ ਹੈ। ਵਿਸ਼ਟਾ ਮਾਹੀ ਸਮਾਏ, ਉਹ ਗੰਦਗੀ ਦੇ ਵਿੱਚ ਹੀ ਵਿਸ਼ੇ ਵਿਕਾਰਾਂ ਸਮਾਏ ਰਹਿੰਦੇ ਨੇ। ਵੱਡ ਭਾਗੀ ਗੁਰ ਪਾਇਆ, ਵੱਡੇ ਭਾਗਾਂ ਵਾਲਿਆਂ ਨੇ ਪੂਰੇ ਸਤਿਗੁਰੂ ਜੀ ਨੂੰ ਪਾਇਆ ਹੈ। ਪੂਰਬ ਲਿਖਿਆ ਮਾਈ, ਆਪੋਂ ਪਾਇਆ ਹੈ, ਆਪੋਂ ਨਹੀਂ ਪਾਇਆ। ਇਹ ਮਾਤਾ ਪਿਤਾ ਰੂਪ ਉਤਮ ਸਖੀਓ, ਇਹ ਭਾਈਓ, ਜਿਸ ਦੇ ਮੱਥੇ 'ਤੇ ਪੂਰਬਲੇ ਨਿਸ਼ਕਾਮ ਕਰਮਾਂ ਦਾ ਸਦਕਾ ਸ੍ਰੇਸ਼ਟ ਲੇਖ ਲਿਖਿਆ ਹੋਇਆ ਹੈ ਰੱਬ ਨੇ, ਉਸ ਵੱਡੇ ਭਾਗਾਂ ਵਾਲੇ ਪੁਰਖ ਨੇ ਹੀ ਪੂਰੇ ਸਤਿਗੁਰੂ ਨੂੰ ਪਾਉਣਾ ਕੀਤਾ ਹੈ। ਆਨੰਦਿਨ ਸੱਚੀ ਭਗਤ ਕਰ, ਤੇ ਜੇ ਹੁਣ ਸਤਿਗੁਰੂ ਨੂੰ ਪਾ ਲਿਆ ਹੈ ਤੇ ਸਤਿਗੁਰੂ ਨੂੰ ਪਾ ਕੇ ਰਾਤ ਦਿਨ ਚਾਹੀਦਾ ਇਹ ਹੈ ਕਿ ਵਾਹਿਗੁਰੂ ਜੀ ਦੀ ਸੱਚੀ ਪ੍ਰੇਮਾ ਭਗਤੀ ਦਿਲ ਲਾ ਕੇ ਕਰਨਾ ਕਰੀਏ। ਸੱਚਾ ਲਏ ਮੇਲਾ, ਜਿਹੜਾ ਦਿਨ ਰਾਤ ਦਿਲ ਲਾ ਕੇ ਵਾਹਿਗੁਰੂ ਜੀ ਦੀ ਸੱਚੀ ਭਗਤੀ ਕਰਦਾ ਹੈ, ਉਸ ਨੂੰ ਸੱਚਾ ਪਰਮੇਸ਼ਰ ਕਿਰਪਾ ਕਰਕੇ
ਐਸੇ ਜਨਮ ਦੇ ਵਿੱਚ ਹੀ ਆਪਣੇ ਨਾਲ ਮਿਲਾ ਲੈਂਦਾ ਹੈ। ਆਪੇ ਸ੍ਰਿਸ਼ਟ ਸਭ ਸਾਜੀਆ ਨਾ। ਜਿਸ ਪਰਮੇਸ਼ਰ ਨੇ ਆਪ ਹੀ ਸੂਖਮ ਸ੍ਰਿਸ਼ਟੀ ਸਥੂਲ ਆਦਿਕ ਸਾਰੀ ਸ੍ਰਿਸ਼ਟੀ ਸਾਜਣਾ ਕੀਤੀ ਹੈ। ਆਪੇ ਨਦਰ ਕਰੇ। ਉਹ ਪਰਮੇਸ਼ਰ ਆਪ ਹੀ ਸਭ ਜੀਵਾਂ ਤੇ ਗੁਰਾਂ ਦੁਆਰਾ ਕਿਰਪਾ ਦ੍ਰਿਸ਼ਟੀ ਕਰਦਾ ਹੈ। ਨਾਨਕ ਨਾਮ ਵਡਿਆਈਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਸਭ ਵਡਿਆਈਆਂ ਨਾਮ ਵਿੱਚ ਜੇ ਗੁਰਮੁਖ ਤੇ ਆਈ ਹੈ, ਜੇ ਵਸਤ ਮੰਗੀ ਹੈ ਸਾਈ ਪਾਈ ਹੈ, ਜੇ ਹਰ ਨਾਮ ਚਿਤ ਲਾਈਏ ਗੋਹਜ ਗਲ ਜੀ ਕੀ ਕੀਚੈ ਸਤਿਗੁਰੂ ਪਾਸ। ਇਉਂ ਮਹਾਰਾਜ ਕਹਿੰਦੇ ਨੇ ਕਿ ਜਿੰਨੀਆਂ ਵਡਿਆਈਆਂ ਨਾਮ ਅੰਮ੍ਰਿਤ ਕਰਕੇ ਮਿਲਦੀਆਂ ਨੇ, ਲੋਕ ਵੋਟਾਂ ਦੀਆਂ ਵਡਿਆਈਆਂ ਭਾਲਦੇ ਨੇ, ਜਿੰਦਾਬਾਦ ਜਿੰਦਾਬਾਦ ਦੀਆਂ ਵਡਿਆਈਆਂ ਚਾਹੁੰਦੇ ਨੇ, ਪਰ ਮਹਾਰਾਜ ਦੇ ਨਾਮ ਅੰਮ੍ਰਿਤ ਨੂੰ ਕੋਈ ਨਹੀਂ ਜਪਦਾ। ਗੁਟਕੇ ਸਾਹਿਬ ਹੱਥਾਂ 'ਚ ਫੜ ਕੇ ਅਤੇ ਧਰਮ ਦੀ ਸਹੁੰ ਖਾ ਕੇ ਵੀ ਮੁੱਕਰ ਜਾਂਦੇ, ਰੱਬ ਤੋਂ ਨਹੀਂ ਡਰਦੇ। ਉਹ ਕੋਈ ਵਡਿਆਈ ਨਹੀਂ ਹੈ, ਮੂੰਹ ਦੇ ਤਾਂ ਕੋਈ ਕਹਿ ਨਹੀਂ ਸਕਦਾ, ਅਤੇ ਅੰਦਰ ਵੜ ਕੇ ਤਾਂ ਸਭ ਗਾਲਾਂ ਹੀ ਕੱਢਦੇ, ਲਾਹਣ ਦਾ ਪਾਉਂਦੇ ਨੂੰ ਕਾਹਦੀ ਵਡਿਆਈ ਹੈ ਭਾਈ, ਖੂਜ ਪਏ ਇਹੋ ਜਿਹੀ ਵਡਿਆਈ। ਸੰਤਾਂ ਮਹਾਂਪੁਰਖਾਂ ਦੀ ਵਡਿਆਈ ਭਾਵੇਂ 4 ਜਾਂ 5 ਬੰਦੇ ਕਰਦੇ ਨੇ, ਪਰ ਉਹ ਕਰਦੇ ਪਿਆਰ ਦੇ ਨਾਲ, ਸ਼ਰਧਾ ਦੇ ਨਾਲ। ਤੋ ਇਸ ਲਈ ਜੇ ਵਡਿਆਈਆਂ ਚਾਹੁੰਦੇ ਹੋ ਤਾਂ ਨਾਮ ਅੰਮ੍ਰਿਤ ਜਪਣਾ ਕਰੋ। ਜਿਸ ਤਰ੍ਹਾਂ ਇਹ ਪਾਵਨ ਸ਼ਹੀਦਾਂ ਦਾ ਸਥਾਨ ਹੈ, ਇਹਨਾਂ ਨੂੰ ਸੇਵਾ ਸਿਮਰਨ ਦੇ ਨਾਲ ਵਡਿਆਈਆਂ ਮਿਲੀਆਂ ਨੇ। ਜੈ ਭਾਵੈ ਤਾ ਦੇ। ਪਰੰਤੂ ਜਿਸ ਦੀ ਸ਼ਰਧਾ ਭਾਵਨਾ ਜਾਂ ਭਗਤੀ ਵਾਹਿਗੁਰੂ ਨੂੰ ਭਾ ਜਾਂਦੀ ਹੈ, ਚੰਗੀ ਲੱਗਦੀ ਹੈ, ਜਾਂ ਜੋ ਉਸ ਨੂੰ ਭਾਉਂਦਾ ਚੰਗਾ ਲੱਗਦਾ ਹੈ, ਉਸੇ ਨੂੰ ਹੀ ਇਹ ਵਡਿਆਈਆਂ ਬਖਸ਼ਦਾ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਨਾਮੇ ਕੀ ਵਡਿਆਈ, ਇਸ ਕੀਮਤ ਕਹਿ ਨਾ ਜਾਈ। ਮਾਰੂ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੁਭ ਪਾਵਨ ਫੁਰਮਾਨ ਕਰਦੇ ਹਨ। ਪਿਛਲੇ ਗੁਣ ਹੈ ਬਖਸਾਏ ਜਿਉ। ਹੇ ਜੀਵ, ਤੂੰ ਪਿਛਲੇ ਜਨਮਾਂ 'ਚ ਕੀਤੇ ਹੋਏ ਗੁਨਾਹ ਪਾਪਾਂ ਨੂੰ ਸੱਚੇ ਪਾਤਸ਼ਾਹ ਦੇ ਪਾਸੋਂ ਅਰਦਾਸ ਕਰਕੇ ਬਖਸ਼ਾ ਲੈਣਾ ਕਰ। ਅਬ ਤੂੰ ਮਾਰਗ ਪਾਇ। ਅਤੇ ਹੁਣ ਇਸ ਮਨੁੱਖਾ ਜਨਮ ਵਿੱਚ ਤੂੰ ਗੁਰੂ ਉਪਦੇਸ਼ ਦੁਆਰਾ ਆਪਣੇ ਆਪ ਨੂੰ ਪ੍ਰੇਮਾ ਭਗਤੀ ਦੇ ਜਾਂ ਸਹਿਤ ਗਿਆਨ ਰੂਪੀ ਮਾਰਗ ਰਸਤੇ ਉੱਪਰ ਪਾਉਣਾ ਕਰ। ਹਰ ਕੀ ਚਰਣੀ ਲਾਗ ਰਹਾ। ਹਰੀ ਪਰਮੇਸ਼ਰ ਦੀ ਪ੍ਰਾਪਤੀ ਲਈ ਪਰਮੇਸ਼ਰ ਦੇ ਚਰਨੀ ਲੱਗਿਆ ਰਹੋ। ਵਿੱਚ ਹੋ ਆਪ ਪਰ ਗਵਾਈ। ਆਪਣੇ ਮਨ ਦੇ ਵਿੱਚੋਂ ਆਪਾ ਭਾਵ ਗਵਾ ਦੇ। ਮੇਰੇ ਮਨ ਹੇ ਮੇਰੇ ਮਨ, ਗੁਰਮੁਖ ਨਾਮ ਹਰਿ ਧਿਆਈ। ਗੁਰਮੁਖ ਜਨਾਂ ਦੀ ਸੰਗਤ ਕਰਕੇ ਹਰੀ ਪਰਮੇਸ਼ਰ ਦੀ ਅੰਮ੍ਰਿਤ ਨਾਮ ਨੂੰ ਧਿਆਉਣਾ ਕਰ। ਸਦਾ ਹਰ ਚਰਣੀ ਲਾਗ ਰਹਾ। ਸਦਾ ਹਮੇਸ਼ਾ ਪਰਮੇਸ਼ਰ ਦੇ ਚਰਨਾਂ ਵਿੱਚ ਲੱਗਿਆ ਰਹੋ। ਇਕ ਮਨ ਏਕੈ ਭਾਈ। ਇਕਾਗਰ ਚਿੱਤ ਹੋ ਕੇ ਤੇ ਇਕਾਗਰਤਾ ਨਾਲ ਪ੍ਰੇਮ ਕਰਕੇ ਹਮੇਸ਼ਾ ਹੀ ਤੂੰ ਵਾਹਿਗੁਰੂ ਜੀ ਦੇ ਚਰਨੀ ਲੱਗਾ ਰਹੋ। ਇਸੇ ਪ੍ਰਕਾਰ ਸਦਾ ਹਰ ਚਰਣੀ ਲਾਗ ਰਹਾ। ਇੰਜ ਬੇਨਤੀ ਕਰ ਕਿ ਹੇ ਪਰਮੇਸ਼ਰ, ਮੈਂ ਸਦਾ ਹਮੇਸ਼ਾ ਹੀ ਤੇਰੇ ਚਰਨੀ ਲੱਗਿਆ ਰਹਾ। ਇਕ ਮਨ ਏਕੈ ਭਾਈ। ਔਰ ਇਕਾਗਰ ਚਿੱਤ ਹੋ ਕੇ ਤੇਰੇ ਨਾਲ ਹੀ ਮੈਂ ਪ੍ਰੇਮ ਕਰਾਂ। ਇੱਕ ਤੇਰੇ ਪ੍ਰਕਾਸ਼ ਰੂਪ ਦੀ ਪ੍ਰਾਪਤੀ ਲਈ ਇਕਾਗਰ ਚਿੱਤ ਹੋ ਕੇ ਸਦਾ ਤੇਰੇ ਚਰਨਾਂ ਦੇ ਨਾਲ
ਮੈਂ ਜੁੜਿਆ ਰਹਾ ਜੀ। ਰਹਾ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਨਾ ਮੈਂ ਜਾਤ ਨਾ ਪਤ हे ਹੈ, ਪਰਮੇਸ਼ਰ, ਨਾ ਮੇਰੀ ਉੱਤਮ ਜਾਤੀ ਹੈ ਤੇ ਨਾ ਹੀ ਮੇਰੀ ਦੁਨੀਆ ਵਿੱਚ ਇੱਜ਼ਤ ਹੈ। ਨਾ ਮੈਂ ਥੇ ਹੋ ਨਾ ਥਾ, ਨਾ ਇਸ ਲੋਕ ਵਿੱਚ ਮੈਨੂੰ ਕੋਈ ਥਾਂ ਹੈ ਤੇ ਨਾ ਹੀ ਪਰਲੋਕ ਵਿੱਚ ਮੇਰਾ ਕੋਈ ਥਾਂ ਹੈ। ਜਾਂ ਇਸੇ ਪ੍ਰਕਾਰ ਨਾ ਮੈਂ ਥੇ ਹੋ ਨਾ ਥਾ, ਨਾ ਹੀ ਮੇਰਾ ਥੇਹੋ ਨਗਰ ਹੀ ਕੋਈ ਹੈ। ਹੁਣ ਜੇ ਸਾਨੂੰ ਕੋਈ ਪੁੱਛੇ ਵੀ ਤੁਹਾਡਾ ਪਿੰਡ ਕਿਹੜਾ, ਆਪਾਂ ਤਾਂ ਇਹੀ ਕਹੀਦਾ ਵੀ ਜਿੱਥੇ ਰਹਿ ਰਹੇ ਉਹੀ ਸਾਡਾ ਪਿੰਡ ਹੈ। ਜੰਮੇ ਕਿਤੇ, ਪਲੇ ਕਿਤੇ, ਰਹੇ ਕਿਤੇ, ਹੁਣ ਕੀ ਦੱਸੀਏ ਵੀ ਕਿਹੜਾ ਪਿੰਡ ਹੈ। ਅਤੇ ਨਾ ਹੀ ਸਾਡਾ ਕੋਈ ਆਪਣਾ ਘਰ ਹੈ। ਜਿੱਥੇ ਸੰਗਤ ਨੇ ਬੁਲਾ ਲਿਆ ਉੱਥੇ ਸਤਿਨਾਮ ਵਾਹਿਗੁਰੂ। ਤੋ ਇਸੇ ਪ੍ਰਕਾਰ ਨਾ ਮੈਂ ਜਾਤ ਨਾ ਪਤ ਹੈ, ਨਾ ਮਹਾਤਮਾ ਵਾਲੀ ਸਾਡੀ ਅਚੁੱਤ ਗੋਤਰ ਜਾਤੀ ਹੀ ਹੈ, ਨਾ ਪਤ ਹੀ ਹੈ। ਨਾ ਮੈਂ ਥੇ ਹੋ ਨਾ ਥਾ, ਸੰਗਤ 'ਚ ਕਦੀ ਤਾਂ ਬੈਠਣਾ ਨਹੀਂ, ਤਾਂ ਫਿਰ ਸਾਧ ਸੰਗਤ ਰੂਪੀ ਕਿਹੜਾ ਥੇ ਜਾਂ ਨਗਰ ਬਣੇਗਾ। ਨਾ ਹੀ ਮੇਰਾ ਸੰਗਤ ਰੂਪੀ ਨਗਰ ਹੈ ਅਤੇ ਨਾ ਹੀ ਮੇਰਾ ਸਰੂਪ ਰੂਪੀ ਥਾਂ ਹੈ। ਅਸੀਂ ਨਥਾਵੇਂ ਅਤੇ ਭਟਕਦੇ ਫਿਰਦੇ ਹਾਂ। ਹੈ ਸਭ ਕੁਝ ਸਰੀਰ ਦੇ ਵਿੱਚ ਹੀ, ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਲੱਭਦੇ ਬਾਹਰ ਫਿਰਦੇ ਹਾਂ, ਭਟਕਦੇ ਹਾਂ, ਕੋਈ ਕਿਤੇ ਕੋਈ ਕਿਤੇ। ਤੋ ਇਸ ਤਰੀਕੇ ਨਾਲ ਹਰਨ ਦੇ ਪੇਟ ਵਿੱਚ ਕਸਤੂਰੀ ਦਾ ਨਾਪਾ ਜੇ ਕਿਤੇ ਨਾਸਕਾਂ ਆਉਂਦੀਆਂ ਧੁੰਨੀ ਨੂੰ ਲੱਗ ਜਾਣ ਫਿਰ ਉਹ ਮਸਤ ਹੋ ਜਾਂਦਾ। ਇਉਂ ਜੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ। ਮਨ ਮੈਂ ਆਪ, ਮਨ ਆਪਣੇ ਮਾਹੇ। ਮਨ ਦੇ ਵਿੱਚ ਹੀ ਮਨ ਤੋਂ ਜੋਤ ਸਰੂਪ ਹੈ। ਆਪਣਾ ਮੂਲ ਪਹਿਚਾਣ, ਆਪਣੇ ਮੂਲ ਦੀ ਪਹਿਚਾਣ ਕਰਵਾ ਦੇ ਤਾਂ ਸਰੂਪ ਰੂਪੀ ਥਾਂ ਵਾਲੀ ਬਣ ਸਕੀਦਾ ਹੈ। ਸ਼ਬਦ ਭੇਦ ਭ੍ਰਮ ਕਟਿਆ, हे ਪਰਮੇਸ਼ਰ, ਗੁਰਾਂ ਦੁਆਰਾ ਆਪ ਜੀ ਨੇ ਗੁਰ ਨਾਮ ਦੀਆ ਸਮਝਾਇ, ਗੁਰਾਂ ਦੁਆਰਾ ਆਪ ਜੀ ਨੇ ਆਪਣਾ ਨਾਮ ਅੰਮ੍ਰਿਤ ਜਪਣਾ ਸਮਝਾ ਦਿੱਤਾ ਹੈ। ਇਸੇ ਕਰਕੇ ਮੈਂ ਗੁਰੂ ਉਪਦੇਸ਼ ਦੇ ਭੇਤ ਨੂੰ ਜਾਣ ਕੇ ਜੰਮਣ ਮਰਨ ਦਾ ਭਰਮ ਕੱਟਣਾ ਕੀਤਾ ਹੈ। ਇਹੋ ਮਨ ਲਾਲਚ ਕਰਦਾ ਫਿਰੈ, ਪ੍ਰਭੂ ਨਾਮ ਨੂੰ ਭੁੱਲ ਕੇ ਇਹ ਜਿਹੜਾ ਮਨ ਹੈ, ਸ਼ਬਦ ਆਵਾਜ਼ ਸੁਣਨ ਦਾ ਲਾਲਚ ਕਰਦਾ ਕਿ ਮੈਨੂੰ ਗਾਣੇ ਗੀਤ ਸੁਣ। ਸਪਰਸ਼ ਦਾ ਲਾਲਚ ਕਰਦਾ ਹੈ ਕਿ ਚਮੜੀ ਦਾ ਸਪਰਸ਼ ਮਿਲੇ। ਇਤਿਆਦਿਕ ਰੂਪ ਵੇਖਣ ਦਾ ਲਾਲਚ ਕਰਦਾ ਹੈ। ਚੋਰੀ ਮਿਰਗ ਅੰਗੂਰੀ ਖਾਏ, ਚੋਰੀ ਚੋਰੀ ਦੇਖਦਾ ਹੈ। ਰਸ ਸ਼ਰਾਬ ਕਬਾਬ ਆਦਿ ਦੇ ਰਸ ਕਸ ਲੈਣ ਦਾ ਇਹ ਲਾਲਚ ਕਰਦਾ ਹੈ। ਖਾਣ ਦੇ ਉੱਪਰ ਡੇਗੀ ਪੈਂਦਾ ਹੈ। ਮੁਫਤ ਦੀ ਵੇਖ ਕੇ ਤਾਂ ਇਹਨੂੰ ਸਭ ਕੁਛ ਭੁੱਲ ਜਾਂਦਾ ਹੈ। ਗੰਧ ਸੁਗੰਧੀ ਲੈਣ ਦਾ ਇਹ ਲਾਲਚ ਕਰ ਰਿਹਾ ਹੈ। ਇਉਂ ਲਾਲਚ ਵਿੱਚ ਲੱਗਿਆ ਹੋਇਆ ਹੈ ਅਤੇ ਅੰਤ ਨੂੰ ਦੇਹ ਸਮਾਪਤ ਹੋਣ ਤੋਂ ਬਾਅਦ ਪਰਲੋਕ ਦੇ ਵਿੱਚ ਜਾਏ ਚਲਿਆ ਜਾਂਦਾ। ਲਾਲਚ ਦੇ ਵਿੱਚ ਲੱਗਾ ਹੋਇਆ। ਜਿੰਨਾ ਲਾਲਚ ਬੰਦੇ ਦੇ ਮਨ ਵਿੱਚ ਹੁੰਦਾ ਉਹਨਾਂ ਕੁਛ ਮਿਲਦਾ ਨਹੀਂ ਹੈ। ਸ੍ਰੀ ਜਪਜੀ ਸਾਹਿਬ ਦੀ ਪੰਕਤੀ 'ਤੇ ਸਾਖੀ ਹੈ। ਜਦੋਂ ਜਪਜੀ ਸਾਹਿਬ ਦੇ ਅਰਥ ਪੜ੍ਹੀ ਦੇ ਸਨ, ਛੋਟੀ ਉਮਰ ਦੇ ਵਿੱਚ ਉਹ ਛੋਟੇ ਛੋਟੇ ਸਟੀਕਾਂ ਦੇ ਵਿੱਚ ਸਾਖੀਆਂ ਲਿਖੀਆਂ ਮਿਲਦੀਆਂ ਸਨ ਕਿ ਭੁੱਖਿਆ ਭੁੱਖ ਨਾ ਉਤਰੈ ਜੇ ਬੰਨਾ ਪੁਰੀਆਂ ਬਾਹਰ। ਉਹ ਸ਼ਿਵ ਜੀ ਦੇ ਉਪਾਸ਼ਕ ਦੀ ਮੋਮਬੱਤੀਆਂ ਵਾਲੀ ਸਾਖੀ ਵੀ ਸ਼ਿਵ ਜੀ ਨੇ ਮੋਮਬੱਤੀਆਂ ਦਿੱਤੀਆਂ, ਆਖਿਆ ਵੀ ਚੌਥੀ ਨਹੀਂ ਜਗਾਉਣੀ, ਤੇਰੇ ਜਗਾ ਕੇ ਜਾਈ, ਫਿਰ ਤੈਨੂੰ ਉਹ ਸਾਰੇ ਖਜ਼ਾਨੇ ਉਹਨੇ ਲੱਭ ਲਏ ਅਤੇ ਮੁੜ ਕੇ ਮਿੱਟੀ ਪਾ ਕੇ ਨਿਸ਼ਾਨੀ ਰੱਖ ਕੇ ਸੋਚਿਆ ਵੀ ਤਾਂ ਮੇਰੇ ਹੀ ਹੋ ਗਏ। ਅਤੇ ਫਿਰ ਕਹਿੰਦਾ ਵੀ ਚੌਥੀ ਜਗਾ ਕੇ ਵੇਖੀਏ। ਉਹ ਫਿਰ ਇੱਕ ਬੰਦੇ ਨੇ ਸ਼ਤੀਰ ਥੱਲੇ ਉਹਦਾ ਸਿਰ ਦੇ ਦਿੱਤਾ ਅਤੇ ਕੱਪੜੇ ਕੁਪੜੇ ਝਾੜ ਕੇ ਉਹ ਚੱਲ ਪਿਆ।
ਕਹਿੰਦਾ ਕਿੱਥੇ ਜਾਂਦਾ, ਮੈਨੂੰ ਖਜ਼ਾਨਾ ਤਾਂ ਦੱਸ ਜਾ। ਕਹਿੰਦਾ ਬਸ ਇਹੀ ਕੁਛ ਹੈ, ਮੈਂ ਵੀ ਤੇਰੇ ਵਰਗਾ ਸੀਗਾ, ਬਹੁਤਾ ਲਾਲਚੀ ਬੰਦਾ, ਇੰਨਾ ਕੁਛ ਪਾ ਕੇ ਵੀ ਮਨ ਤ੍ਰਿਪਤ ਨਹੀਂ ਹੋਇਆ। ਹੁਣ ਤੇਰੇ ਨੂੰ ਵੀ ਵੱਧ ਕੋਈ ਲਾਲਚੀ ਆਊਗਾ ਤਾਂ ਤੈਨੂੰ ਸ਼ਤੀਰਤਾ ਨੂੰ ਛਡਾਊਗਾ, ਬਸ ਇੱਥੇ ਤੂੰ ਬੈਠਾ ਰਹੋ। ਇਹ ਮਹਾਰਾਜ ਨੇ ਆਖਿਆ ਲਾਲਚ ਛੋੜਿਓ, ਅੰਧ ਹੋ ਲਾਲਚ ਦੁੱਖ ਭਾਰੀ। ਇਹ ਅੰਨੇ ਹੋ, ਲਾਲਚ ਛੱਡ ਦਿਓ। ਲਾਲਚ ਕਰਨ ਨਾਲ ਬੜਾ ਭਾਰੀ ਦੁੱਖ ਮਿਲਦਾ ਹੈ। ਭੁੱਲਿਓ ਮਨ ਮਾਇਆ ਉਲਝਾਇਓ। ਮਨ ਮਾਇਆ ਨੇ ਇਹੋ ਜਿਹਾ ਉਲਝਾਇਆ ਹੋਇਆ ਵੀ ਆਪਦੀ ਸਕੀ ਭੈਣ ਨੂੰ ਭੁੱਲ ਜਾਂਦਾ, ਸਕੀ ਮਾਂ ਨੂੰ ਭੁੱਲ ਬੈਠਦਾ। ਜਿਹਨੇ ਜਨਮ ਦਿੱਤਾ ਹੈ ਮਾਇਆ ਦੇ ਵਿੱਚ ਇਹੋ ਜਿਹਾ ਉਲਝ ਗਿਆ, ਪਤਾ ਨਹੀਂ ਕਈ ਕੁਛ ਕਰੀ ਜਾਂਦਾ। ਤੋ ਸਕੇ ਭਰਾਵਾਂ ਨੂੰ ਭੁੱਲ ਜਾਂਦਾ, ਜੋ ਮਾਂ ਦੇ ਗੋਡੇ ਕੋਲ ਬਹਿ ਕੇ ਇਕੱਠੇ ਰੋਟੀਆਂ ਖਾਧੀਆਂ, ਸਭ ਕੁਛ ਹੀ ਭੁੱਲ ਗਿਆ। ਲਾਲਚ ਵਿੱਚ ਲੱਗਾ ਹੋਇਆ ਅਤੇ ਬੜੇ ਝਗੜੇ ਪਾ ਕੇ ਬੈਠ ਗਿਆ। ਮਹਾਰਾਜ ਕਹਿੰਦੇ ਨੇ ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਆਪ ਬੰਧਾਇਓ। ਮੱਖੀ ਮਿੱਠੇ ਮਰਨਾ, ਮੱਖੀ ਵੇਖੋ ਮਿੱਠੇ ਦਾ ਲਾਲਚ ਕਰਦੀ, ਉਹਦੇ 'ਚ ਹੀ ਮਰ ਮੁਰ ਜਾਂਦੀ ਹੈ, ਪੈਰ ਫਸ ਜਾਂਦੇ ਨੇ। ਮਰਕਟ ਮੁਸਰੀ ਅਨਾਜ ਕੀ ਮਨ ਬਹੁ ਰਾਰੇ, ਲੀਨੀ ਹੱਥ ਪਸਾਰ, ਛੂਟਣ ਗੋ ਸਹਿਸਾ ਭਰਿਆ ਮਨ ਬਹੁ ਰਾਰੇ, ਨਾਚਿਓ ਕਰ ਕਰ ਬਾਰ। ਬਾਂਦਰ ਫੜਨ ਵਾਲੇ ਕੀ ਕਰਦੇ, ਕੁੱਜੀ 'ਚ ਫੁੱਲੀਆਂ ਜਾਂ ਉਹ ਛੋਲੇ ਪਾ ਕੇ ਉਹਦੇ ਅੱਗੇ ਰੱਖ ਦਿੰਦੇ। ਉਹ ਜਦ ਕੁੱਜੀ 'ਚ ਹੱਥ ਪਾ ਕੇ ਮੁੱਠੀ ਭਰਦਾ, ਇੰਨਾ ਲਾਲਚੀ ਹੈ ਮੁੱਠੀ ਛੱਡਦਾ ਨਹੀਂ, ਵੀ ਮੁੱਠੀ ਛੱਡੀ ਤਾਂ ਫੁੱਲੀਆਂ ਦੇ ਛੋਲੇ ਰਹਿ ਜਾਣਗੇ। ਉਹ ਫਿਰ ਮਦਾਰੀ ਉਹਨੂੰ ਫੜ ਲੈਂਦੇ ਨੇ। ਇੱਕ ਮੁੱਠ ਫੁੱਲੀਆਂ ਬਦਲੇ, ਲਾਲਚ ਬਦਲੇ ਸਾਰੀ ਉਮਰ ਘਰਾਂ ਘਰਾਂ ਵਿੱਚ ਨੱਚਦਾ ਫਿਰਦਾ ਰਹਿੰਦਾ। ਇਹ ਬੰਦਾ ਜਦ ਵੀ ਮਰਦਾ, ਜਦ ਵੀ ਫਸਦਾ, ਲਾਲਚ ਵਿੱਚ ਫਸਦਾ ਹੈ। ਜੇ ਲਾਲਚ ਨਾ ਕਰੇ ਤਾਂ ਬੰਦੇ ਨੂੰ ਕੋਈ ਚੀਜ਼ ਮਾਰ ਨਹੀਂ ਸਕਦੀ, ਆਪਦੀ ਮੌਤੇ ਮਰੂਗਾ ਜਦੋਂ ਰੱਬ ਦਾ ਬੁਲਾਵਾ ਆਇਆ। ਨਹੀਂ ਤਾਂ ਲਾਲਚ ਦੇ ਵਿੱਚ ਨਿੱਤ ਦੁਨੀਆ ਆਪ ਦਾ ਨੁਕਸਾਨ ਕਰ ਰਹੀ ਹੈ। ਮਹਾਰਾਜ ਕਹਿੰਦੇ ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤੇ ਆਪ ਬੰਧਾਇਓ। ਰਹਾ ਮੱਕੜੀ ਆਪੇ ਹੀ ਜਾਲਾ ਬਣਦੀ ਆ, ਆਪੇ ਫਸ ਫਸ ਕੇ ਮਰ ਮੁਰ ਜਾਂਦੀ ਹੈ। ਇਉਂ ਪਲ 'ਚ ਸਗਲੀ ਮੋਈ, ਝੂਠਾ ਧੰਦਾ ਮੋਹ। ਝੂਠੇ ਧੰਦਿਆਂ ਦੇ ਮੋਹ ਦੇ ਵਿੱਚ ਫਸ ਫੁਸ ਕੇ ਸਭ ਸ੍ਰਿਸ਼ਟੀ ਨਾਸ਼ ਹੋ ਰਹੀ ਹੈ। ਮਹੱਲਾ ਪੰਜਵਾ। ਲਾਲ ਚਟਿਆ ਨਿਤ ਫਿਰੈ, ਸਵਾਰਥ ਕਰੇ ਨਾ ਕੋਏ। ਪ੍ਰਾਣੀ ਹਮੇਸ਼ਾ ਲੋਭ ਨਾਲ ਭਰਿਆ ਭਟਕਦਾ ਫਿਰਦਾ ਹੈ ਅਤੇ ਕੋਈ ਵੀ ਨੇਕ ਕੰਮ ਨਹੀਂ ਕਰਦਾ। ਜਿਸ ਗੁਰ ਭੇਟੈ ਨਾਨਕ ਤਿਸ ਮਨ ਵਸਿਆ ਸੋਇ। ਸਹਿ ਫਰਮਾਉਂਦੇ ਕਿ ਸਾਹਿਬ ਉਹਦੇ ਚੇਤਨ ਅੰਦਰ ਵਸਦਾ ਜਿਹਨੂੰ ਗੁਰੂ ਜੀ ਮਿਲ ਪੈਂਦੇ ਨੇ। ਇਸ ਲਈ ਇਹੋ ਮਨ ਲਾਲਚ ਕਰਦਾ ਫਿਰੈ। ਇਹ ਜਿਹੜਾ ਮਨ ਹੈ ਵਿਸ਼ੇ ਵਿਕਾਰਾਂ ਨੂੰ ਭੋਗਣ ਦਾ ਅਤੇ ਖਾਣ ਦਾ, ਪਦਾਰਥਾਂ ਨੂੰ ਇਕੱਤਰ ਕਰਨ ਦਾ ਲਾਲਚ ਹੀ ਕਰਦਾ ਫਿਰਦਾ, ਸਾਰੀ ਉਮਰ ਗਵਾ ਬੈਠਦਾ। ਗੋਰਿਆਂ ਦਾ ਮੈਂ ਜੀਵਨ ਵੇਖਿਆ, ਉਹ ਮੰਡੇ ਤੋਂ ਫਰਾਈਡੇ ਬਸ ਹਫਤੇ ਦੇ ਵਿੱਚ 6 ਦਿਨ ਕੰਮ ਕਰਦੇ ਨੇ। ਸੈਚਰਡੇ ਸੰਡੇ ਉਹ ਜਿੰਨੀ ਕਮਾਈ ਹੈ ਖਾ ਪੀ ਕੇ ਆਨੰਦ ਲਿਆ, ਝਗੜਾ ਪਾਰ ਪਿਆ। 16 ਸਾਲ ਤੱਕ ਬੱਚੇ ਦੀ ਜ਼ਿੰਮੇਵਾਰੀ ਗੌਰਮੈਂਟ ਨੇ ਚੁੱਕਣੀ ਹੈ, 60 ਸਾਲ ਤੋਂ ਬਾਅਦ ਫਿਰ ਗੌਰਮੈਂਟ ਦੇ ਸਿਰ। ਜਮ੍ਹਾਂ ਕਿਹਦੇ ਲਈ ਕਰਨਾ? ਸਾਡੇ ਬੰਦੇ ਕੀ ਕਰਦੇ ਨੇ? ਆਪ ਦਾ ਘੱਟ ਸੋਚੀਦਾ, ਆਪਦੇ ਪੁੱਤਾਂ ਦਾ, ਧੀਆਂ ਦਾ, ਅੱਗੇ ਗਾਂਹ ਪੋਤਰਿਆਂ ਦਾ, ਦੋਤਰਿਆਂ ਦਾ। ਫਿਰ ਵੀ ਪਤਾ ਨਹੀਂ ਮਨ ਅੱਗੇ ਦੀ ਅੱਗੇ ਭੱਜਿਆ ਤੁਰਿਆ ਜਾਂਦਾ। ਇਉਂ ਬੜੀਆਂ ਬੜੀਆਂ ਕੁੱਲਾਂ ਦੀਆਂ ਜ਼ਿੰਮੇਵਾਰੀਆਂ ਚੁੱਕੀ ਫਿਰੀਦੀਆਂ, ਮਨ ਚਿੰਤਾ ਦੇ ਵਿੱਚ ਹੀ ਰਹਿੰਦਾ। ਆਪਣੇ ਬਾਰੇ ਤਾਂ ਬੋਲ ਹੀ ਗਿਆ, ਰੱਬ ਨੇ ਇੰਨਾ ਦੇ ਦਿੱਤਾ ਵੀ ਆਪਣੇ ਤੋਂ ਵੱਧ ਹੋ ਗਿਆ, ਫਿਰ ਅੱਗੇ ਦੀ ਅੱਗੇ ਗਾਂਹ ਜ਼ਿੰਮੇਵਾਰੀਆਂ ਚੁੱਕ ਲਈਆਂ। ਮਹਾਰਾਜ ਨਾਵੇਂ ਪਾਤਸ਼ਾਹ ਫਰਮਾਉਂਦੇ ਨੇ, ਰਾਗ ਆਸਾ ਮਹੱਲਾ ਨਾਵਾਂ, ਬਿਰਥਾ ਕਹੋ ਕੌਣ ਸਿਓ ਮਨ ਕੀ। ਲੋਭ ਗਰਸਿਓ ਦਸੂਹੂ ਦੇ ਸਤਾਵਤ, ਆਸਾ ਲਾਗਿਓ ਧਨ ਕੀ। ਰਹਾਉ ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰੇ ਦੁਆਰ ਸਵਾਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਕੁੱਤੇ ਦੀ ਤਰ੍ਹਾਂ ਘਰੋਂ ਘਰ ਦੌੜਿਆ ਫਿਰਦਾ, ਆਪਦੀ ਇੱਜ਼ਤ ਗਵਾ ਬੈਠਦਾ। ਕਾਹਦੇ ਲਈ? ਲਾਲਚ ਖਾਤਰ।
ਸਾਡੇ ਗ੍ਰਸਤੀਆਂ ਦਾ ਤਾਂ ਮੰਦਾ ਹੀ ਹਾਲ ਹੈ। ਸੰਤ ਤਾਂ ਉਹਨਾਂ ਨੂੰ ਵੀ ਚੜ੍ਹਦੀ ਕਲਾ ਵਾਲੇ ਬਣੇ ਹੋਏ, ਉਹਨਾਂ ਦਾ ਹੋਰ ਬੁਰਾ ਹਾਲ ਹੋਇਆ ਪਿਆ ਕਲਯੁਗੀ ਬਾਬੇ। ਜਿੱਥੋਂ ਤੱਕ ਮੇਰੀ ਨਿਗਾਹ ਦੇ ਵਿੱਚ ਜਾਂ ਧਿਆਨ ਵਿੱਚ ਹੈ, ਇੱਕੋ ਹੀ ਸੰਤ ਮੈਂ ਵੇਖਿਆ ਦੁਨੀਆ ਦੇ ਵਿੱਚ, ਦੂਜਾ ਕੋਈ ਨਹੀਂ ਮੈਨੂੰ ਮਿਲਿਆ। ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਅੰਸਾਲੀ ਸਾਹਿਬ ਵਾਲੇ। ਮੈਂ ਸੁਣਿਆ ਵੀ ਪ੍ਰੇਮੀਆਂ ਨੇ ਕਿਹਾ ਬਾਬਾ ਜੀ ਕੋਈ ਡੇਰਾ ਡੂਰਾ ਬਣਾਓ, ਜਿਸ ਤਰ੍ਹਾਂ ਬਾਬਿਆਂ ਦੇ ਜਗਾੜ ਹੁੰਦੇ ਨੇ, ਸੋਹਣੀ ਸੋਹਣੀਆਂ ਕਾਰਾਂ, ਚੇਲੇ ਬਾਲ ਕੇ ਮਰ, ਬੜੇ ਬੜੇ ਪੈਲੀ ਬੰਨੇ, ਬੜੇ ਬੜੇ ਸੋਹਣੇ ਡੇਰੇ, ਬੜੇ ਬੜੇ ਗੁਰਦੁਆਰਿਆਂ ਦੇ ਕਬਜ਼ੇ, ਬੜਾ ਠਾਠ ਬਾਠ ਹੁੰਦਾ। ਕੋਈ ਜਹਾਜ਼ਾਂ 'ਚ ਜਾਂਦਾ, ਕੋਈ ਫੁੱਲ ਬਰਸਾਉਂਦਾ, ਕੋਈ ਕੈਂਪ ਲਾਉਂਦਾ, ਕੋਈ ਕੁਛ ਕੋਈ ਕੁਛ। ਵੀ ਇਹੋ ਜਿਹਾ ਕੋਈ ਮਾੜਾ ਮੋਟਾ ਕਰੋ, ਇੰਨੀ ਮਾਇਆ। ਕਹਿੰਦੇ ਨਹੀਂ ਬਾਈ, ਜਿਨ੍ਹਾਂ ਨੇ ਦਿੱਤੀ ਹੈ ਉਹਨਾਂ ਦੇ ਭਲੇ 'ਤੇ ਲਾਉਣੀ ਹੈ। ਕੋਈ ਮੁਸਲਮਾਨ ਗਿਆ ਅਤੇ ਉਹਨੂੰ ਕਿਹਾ ਵੀ ਚੁੱਕ ਕਿੰਨੇ ਚਾਹੀਦੇ ਨੇ, ਮਸੀਤ ਬਣਾਓ। ਕੋਈ ਹਿੰਦੂ ਗਿਆ, ਲਓ ਵੀ ਲੱਖ ਰੁਪਈਆ ਚੁੱਕੋ ਮੰਦਰ 'ਤੇ ਲਾਓ। ਕੋਈ ਸਕੂਲ ਵਾਲਾ ਗਿਆ, ਲਓ ਜੀ ਬੱਚਿਆਂ ਦੀ ਪੜ੍ਹਾਈ 'ਤੇ ਲਾਓ। ਤੋ ਇਸ ਤਰ੍ਹਾਂ ਇਸ ਸਥਾਨ 'ਤੇ ਵੀ ਉਹਨਾਂ ਦੀ ਬਖਸ਼ਿਸ਼ ਹੈ। ਪ੍ਰਬੰਧਕਾਂ ਨੂੰ ਉਹਨਾਂ ਨੇ ਆਖਿਆ ਵੀ ਤੁਸੀਂ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਓ। ਸੇਵਾਦਾਰ ਕਹਿੰਦੇ ਜੀ ਪੈਸੇ ਕੌਣ ਦੇਵੇਗਾ? ਕਹਿੰਦੇ ਭੋਗ ਪਾਉਣ ਤੋਂ ਬਾਅਦ ਪੈਸੇ ਮੈਥੋਂ ਲੈ ਜਾਇਆ ਕਰੋ। ਟਾਪ ਦਿੰਦੇ ਰਹੇ। ਤੋ ਮਹਾਰਾਜ ਦੀ ਹੌਲੀ ਹੌਲੀ ਕਿਰਪਾ ਹੋ ਗਈ ਵੀ ਸੰਗਤ ਆਪੇ ਜ਼ਿੰਮੇਵਾਰੀ ਸਾਂਭ ਲਈ। ਅਤੇ ਵੇਖੋ ਹੁਣ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਨੇ। ਗੁਰੂ ਮਹਾਰਾਜ ਦੀ ਕਿੰਨੀ ਕਿਰਪਾ, ਕੱਲ੍ਹ ਵੀ ਅਤੇ ਪਰਸੋਂ ਵੀ, ਅਤੇ ਅੱਜ ਵੀ ਉਹ ਖਜ਼ਾਨਾ ਅਜੇ ਤੱਕ ਜਮ੍ਹਾਂ ਹੈ। ਦੇਸੀ ਘਿਓ ਦੀਆਂ ਜਲੇਬੀਆਂ ਦਾ ਲੰਗਰ, ਜਿੰਨਾ ਟੋਟਲੀ ਲੰਗਰ ਵਰਤਦਾ 24 ਆਵਰ, ਉਹਨਾਂ ਮਹਾਂਪੁਰਖਾਂ ਦੀ ਪ੍ਰੇਰਨਾ ਹੈ। ਪ੍ਰਸ਼ਾਦੇ ਵੀ ਚੋਪੜ ਅਤੇ ਤੜਕਾ ਵੀ ਦੇਸੀ ਘਿਓ ਦਾ। ਆਮ ਤੌਰ 'ਤੇ ਲੰਗਰਾਂ ਦੇ ਵਿੱਚ ਅਣਚੋਪੜੇ ਪ੍ਰਸ਼ਾਦੇ ਅਤੇ ਆਮ ਇੱਧਰ ਉੱਧਰ ਦਾ ਤੇਲ ਪਾਣੀ ਵਰਤਦੇ ਨੇ। ਪਰ ਉਹਨਾਂ ਮਹਾਂਪੁਰਖਾਂ ਨੇ ਇਹ ਬਕਾਇਦਾ ਸਟਿਕਟਾਂ ਦੇ ਨਾਲ ਬੇਨਤੀ ਕੀਤੀ ਹੈ ਵੀ ਗੁਰੂ ਕੇ ਲੰਗਰ ਸ਼ਹੀਦਾਂ ਦਾ ਸਥਾਨ, ਦੇਸੀ ਘਿਓ ਦਾ ਵਰਤਾਰਾ ਵਰਤੇ। ਤੋ ਕਿਸੇ ਚੀਜ਼ ਦਾ ਘਾਟਾ ਕੋਈ ਨਹੀਂ। ਇੱਕ ਵਾਰ ਮੈਂ ਸੁਣਿਆ ਵੀ ਆ ਪ੍ਰਧਾਨ ਗੁਰਮੀਤ ਸਿੰਘ ਨੂੰ ਕਹਿੰਦੇ ਵੀ ਲੱਖ ਰੁਪਈਆ ਲੈ, ਅਤੇ ਜਿੱਥੇ ਚੌਂਕ ਜਾਂ ਪਾਣੀ ਦੀ ਘਾਟ ਹੈ, ਕਈ ਵਾਰ ਮੁਸਾਫਰ ਵਿਚਾਰੇ ਉਹ ਬੱਸ ਦੀ ਉਡੀਕ ਦੇ ਵਿੱਚ ਜਾਂ ਕਿਤੇ ਪਬਲਿਕ ਬੈਠੀ ਖਲੋਤੀ ਪਾਣੀ ਦੀ ਉਡੀਕ ਦੇ ਵਿੱਚ, ਅਤੇ ਤੂੰ ਉੱਥੇ ਨਲਕੇ ਲਾ ਜਿੱਥੇ ਜ਼ਰੂਰਤ ਹੈ। ਨਲਕੇ ਲਾਉਣ ਲਈ ਪੈਸੇ ਦਿੱਤੇ, ਆਪ ਦਾ ਕੁਛ ਨਹੀਂ ਬਣਾਇਆ। ਕੋਈ ਪੈਲੀ ਬੰਨਾ, ਕੋਈ ਕਿਸੇ ਕਿਸਮ ਨਾਲ ਕੋਈ ਜਾਇਦਾਦ, ਜਿਸ ਤਰ੍ਹਾਂ ਆਇਆ ਪਰ ਉਪਕਾਰ ਨਿਤ ਚਿਤਵਤ, ਨਾ ਹੀ ਕਛ ਪੋਚ। ਇਹ ਸੰਤ ਦੀ ਅਵਸਥਾ ਹੈ। ਤੋ ਜੋ ਆਪਦੇ ਬਾਰੇ ਸੋਚੀ ਜਾਣਾ, ਉਹ ਸੰਤ ਕਾਹਦਾ ਭਾਈ, ਬਾਬਾ ਕਾਹਦਾ? ਫਿਰ ਤਾਂ ਗ੍ਰਸਤੀ ਬੰਦਾ ਚੰਗਾ। ਤੋ ਇਸ ਲਈ ਸੰਤਾਂ ਸਾਧੂਆਂ ਨੂੰ, ਗ੍ਰਸਤੀਆਂ ਨੂੰ ਤਾਂ 4 ਬੱਚਿਆਂ ਦਾ ਲਾਲਚ ਵੱਧ ਤੋਂ ਵੱਧ, ਵੀ 4 ਬੱਚੇ ਪਾਲੇ ਨੇ। ਸਾਧੂ ਸੰਤਾਂ ਨੂੰ ਪਤਾ ਨਹੀਂ ਕਾਹਦਾ ਲਾਲਚ। ਮੈਂ ਹੈਰਾਨ ਹਾਂ ਲੋਕਾਂ ਦੇ। ਜਿੰਨਾ ਵੀ ਕੁਛ ਹੈ ਕਹਿੰਦੇ ਸਾਡੇ ਕੋਲ ਹੀ ਆ ਜਾਏ। ਜਿੰਨੇ ਬਾਬੇ ਨੇ, ਨਾ ਦਾ ਕੋਈ ਸਕੂਲ, ਨਾ ਕੋਈ ਕਾਲਜ ਬਾਰੇ ਸੋਚਣਾ, ਨਾ ਕਿਸੇ ਦੀ ਬੱਚੇ ਦੀ ਪੜ੍ਹਾਈ, ਨਾ ਬੱਚੇ ਦੀ ਸ਼ਾਦੀ, ਕਿਸੇ ਗਰੀਬ ਗੁਰਬੇ ਦਾ ਕੋਈ ਸਾਰਨ ਬਾਰੇ। ਗੋਲਕ 'ਚ ਆਪਾਂ ਰੁਪਈਆ ਪਾ ਸਕਦੇ ਹਾਂ ਪਰ ਕੱਢ ਨਹੀਂ ਕੋਈ ਸਕਦਾ। ਇੰਨਾ ਮਨ ਲਾਲਚੀ ਹੈ। ਮਹਾਰਾਜ ਫਰਮਾਉਂਦੇ ਹਨ, ਇਹੋ ਮਨ ਲਾਲਚ ਕਰਦਾ ਫਿਰੈ। ਇਹ ਜਿਹੜਾ ਮਨ ਹੈ ਇਹ ਲਾਲਚ ਕਰਦਾ ਫਿਰਦਾ ਹੈ। ਧਰਮ ਨੂੰ ਵੀ ਲਲਚਾਈਆਂ ਅੱਖਾਂ ਦੇ ਨਾਲ। ਆ ਜਿੰਨੇ ਪਰਚੀਆਂ ਕੱਟਣ ਵਾਲੇ ਨੇ, ਕੋਈ ਹੈ ਜਿਹੜਾ ਸਿੱਧਾ ਹੋਊਗਾ। ਕੋਈ ਪਿੰਗਲਵਾੜੇ ਦੇ ਨਾਮ ਦੇ ਯਤੀਮਾਂ ਦੀ ਸੇਵਾ ਸੰਭਾਲ, ਕੋਈ ਕਿਸੇ ਦੇ ਨਾਮ ਦੇ, ਕੋਈ ਕਿਸੇ ਦੇ ਨਾਮ ਦੇ ਪਰਚੀਆਂ ਕੱਟ ਰਿਹਾ। ਕੋਈ ਕਹਿੰਦਾ ਫਲਾਣੀ ਜਗ੍ਹਾ ਲੰਗਰ ਲਾਉਣਾ, ਕੋਈ ਕਹਿੰਦਾ ਮੈਂ ਫਲਾਣੇ ਨੂੰ ਸਾਂਭਦਾ। ਅਤੇ ਉਹ ਦੁਕਾਨਦਾਰੀ ਆਪਣੀ ਚਲਾਉਂਦੇ ਨੇ। ਮੈਨੂੰ ਮਹਾਰਾਜ ਮਾਫ ਕਰੇ। ਕੋਈ ਆ ਬੰਦਾ ਜਿਹੜਾ ਨਿਸ਼ਕਾਮੀ ਹੋਊਗਾ, ਲਾਲਚ ਲਾਗਾ ਜਾਏ। ਸਾਰੀ ਜ਼ਿੰਦਗੀ ਲਾਲਚ ਦੇ ਵਿੱਚ ਹੀ ਲੱਗਿਆ ਰਹਿੰਦਾ ਹੈ। ਜਾਂ ਪਿੰਡਾਂ ਵਾਲੇ ਸੰਤਾਂ ਦਾ ਮੈਂ ਜੀਵਨ ਵੇਖਿਆ। ਚੋਲੇ ਦੀਆਂ ਬੋਝੀਆਂ ਉਹਨਾਂ ਦੀਆਂ ਖਾਲੀ ਹੁੰਦੀਆਂ ਸਨ। ਮੱਥਾ ਵੀ ਟੇਕਣਾ ਕਦੀ ਸੱਜੇ ਕਦੀ ਖੱਬੇ,
ਸਿੰਘਾਂ ਨੂੰ ਕਹਿਣਾ ਵੀ ਲਿਆਓ ਮੱਥਾ ਟੇਕਣ ਲਈ ਮਾਇਆ ਦਿਓ। ਜੋ ਸੰਗਤਾਂ ਨੇ ਦੇਣਾ ਉਹ ਸਿੰਘਾਂ ਦੇ ਵਿੱਚ ਹੀ ਵਰਤਾ ਦੇਣਾ। ਤੋ ਇਸ ਤਰ੍ਹਾਂ ਇਨਸਾਨ ਦਾ ਜੀਵਨ ਹੋਣਾ ਚਾਹੀਦਾ ਹੈ। ਤੰਦੈ ਕੂੜ ਵਿਆਪਿਆ। ਸਾਡਾ ਤਾਂ ਬੇੜਾ ਬਿਲਕੁਲ ਬੈਠਾ ਹੋਇਆ ਹੈ। ਜਿਹੜੇ ਗ੍ਰਸਤੀ ਹਾਂ ਅਸੀਂ ਜੀਵ ਹਾਂ ਇੱਥੇ ਧੰਦਿਆਂ ਦੇ ਵਿੱਚ ਤੋ ਸਕਾਮ ਕਰਮ ਕਰਕੇ ਦਿਨ ਰਾਤ ਝੂਠੇ ਧੰਦਿਆਂ ਦੇ ਵਿੱਚ ਹੀ ਲੱਗੇ ਹੋਏ ਹਾਂ। ਜਿਨ੍ਹਾਂ ਕੰਮਾਂ ਨੇ ਨਾਲ ਨਹੀਂ ਜਾਣਾ ਉਹਨਾਂ ਕੰਮਾਂ ਨੂੰ ਸਵਾਰਨ ਦੇ ਵਿੱਚ ਦਿਨ ਰਾਤ ਭੱਜੇ ਫਿਰਦੇ ਹਾਂ। ਜਿਸ ਕੰਮ ਨੇ ਨਾਲ ਜਾਣਾ ਹੈ ਉਹ ਕੰਮ ਬਾਰੇ ਕਦੀ ਸੋਚਿਆ ਨਹੀਂ। ਮਾਰੇ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਬੁਰੇ ਕਾਮ ਕੋ ਉੱਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰ ਆਪਣਾ ਬੁਝੇ ਨਾ ਅਯਾਨਾ। ਤੋ ਝੂਠ ਦੇ ਵਿੱਚ ਲਪਟਿਆ ਹੋਇਆ ਹੈ। ਰਾਤ ਜੇ ਸੋਵੈ ਦਿਨ ਕਰੇ ਕਾਮ ਇੱਕ ਖਿਨ ਲੇਹ ਨਾ ਹਰ ਕੋ ਨਾਮ। ਕਿਰਤ ਕਰਨੀ ਮਾੜੀ ਨਹੀਂ ਤੇ ਪਰ ਉਹਦੇ 'ਚ ਹੀ ਖਚਤ ਹੋਇਆ ਹੋਇਆ ਹੈ। ਜਮਪੁਰ ਚੋਟਾ ਖਾ। ਇਸੇ ਕਰਕੇ ਜਮਨ ਦੀ ਪੁਰੀ ਵਿੱਚ ਜਾ ਕੇ ਤਰਕਾਂ ਰੂਪੀ ਛੋਟਾ ਸੱਟਾਂ ਖਾਂਦਾ ਹੈ। ਨਾਨਕ ਸਭ ਕਿਛ ਆਪੇ ਆਪ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਗੁਰਾਂ ਦੁਆਰਾ ਸਿਮਰਨ ਕਰਨ ਵਾਲਾ ਗੁਰਮੁਖ ਇਉਂ ਜਾਣ ਲੈਂਦਾ ਕਿ ਸਭ ਕੁਝ ਲੋਕ ਪਰਲੋਕ ਵਿੱਚ ਆਪਣਾ ਆਪ ਰੂਪ ਵਾਹਿਗੁਰੂ ਹੀ ਹੈ। ਦੂਜਾ ਨਾਹੀ ਕੋਈ। ਉਸ ਤੋਂ ਬਗੈਰ ਹੋਰ ਦੂਜਾ ਕੋਈ ਵੀ ਸੰਸਾਰ ਵਿੱਚ ਨਹੀਂ ਹੈ। ਜਾਂ ਸਭ ਕੁਝ ਪਰਮੇਸ਼ਰ ਆਪੇ ਆਪ ਹੀ ਹੈ। ਉਹ ਤੋਂ ਬਗੈਰ ਕੋਈ ਦੂਜਾ ਹੋਏ ਸੋ ਅਵਰੋ ਕਹੀਏ। ਦੂਜਾ ਹੋਰ ਕੋਈ ਨਹੀਂ ਹੈ ਜਿਹਨੂੰ ਆਖੀਏ। ਭਗਤ ਖਜ਼ਾਨਾ ਬਖਸ਼ਿਓ ਨ। ਜਿਨ੍ਹਾਂ ਨੂੰ ਪਰਮੇਸ਼ਰ ਨੇ ਗੁਰਾਂ ਦੁਆਰਾ ਪ੍ਰੇਮਾ ਭਗਤੀ ਦਾ ਖਜ਼ਾਨਾ ਬਖਸ਼ਿਆ ਹੈ। ਗੁਰਮੁਖਾ ਸੁਖ ਹੋਇ। ਉਹਨਾਂ ਗੁਰਮੁਖਾਂ ਨੂੰ ਆਤਮਿਕ ਆਨੰਦ ਰੂਪੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮਾਰੂ ਮਹੱਲਾ ਤੀਜਾ। ਇਸ ਲਈ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਸਮਝਾ ਰਹੇ ਹਨ। ਸੱਚ ਰਤੇ ਸੇ ਟੋਲ ਲਾਹੋ। ਇਹ ਭਾਈ ਜਿਹੜੇ ਸੱਚੇ ਨਾਮ ਦੇ ਵਿੱਚ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਰੰਗੇ ਹੋਏ ਨੇ ਉਹਨਾਂ ਮਹਾਤਮਾ ਜਨਾਂ ਨੂੰ ਖੋਜ ਲੈਣਾ ਕਰੋ। ਸੇ ਵਿਰਲੇ ਸੰਸਾਰ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਹਨ ਜ਼ਰੂਰ ਪਰ ਹਨ ਵਿਰਲੇ। ਜਗ ਮੈਂ ਤੁਮ ਕਾਢੀਆ ਵਿਰਲੇ ਕੇ ਹੀ ਕੇ। ਕਹਿੰਦੇ ਗਿਰ ਗਿਰ ਮੈਂ ਮਾਨਕ ਨਹੀਂ। ਹਰੇਕ ਪਹਾੜ ਦੇ ਵਿੱਚ ਮਾਨਕ ਨਹੀਂ ਹੁੰਦਾ। ਗਿਰ ਗਿਰ ਮੈਂ ਮਾਨਕ ਨਹੀਂ। ਗਜ ਗਜ ਮੋਤੀ ਨਾ ਹੈ। ਹਰੇਕ ਹਾਥੀ ਦੇ ਮੱਥੇ 'ਚ ਮੋਤੀ ਨਹੀਂ ਹੁੰਦਾ। ਚੰਦਨ ਤਰ ਬਨ ਬਨ ਨਹੀਂ। ਚੰਦਨ ਦਾ ਬ੍ਰਿਕਸ਼ ਹਰੇਕ ਜੰਗਲ 'ਚ ਨਹੀਂ ਹੁੰਦਾ। ਕਸ਼ਮੀਰ ਦੇ ਵਿੱਚ ਇੱਕ ਖਾਸ ਜਗ੍ਹਾ ਕਿਤੇ ਕਹਿੰਦੇ ਚੰਦਨ ਪੈਦਾ ਹੁੰਦਾ ਜਾਂ ਆਸਾਮ ਦੇ ਜੰਗਲਾਂ 'ਚ ਹੁੰਦਾ। ਇਸੇ ਤਰ੍ਹਾਂ ਸੰਤਨ ਪੁਰਪੁਰ ਮਾਹੇ ਜਿਹੜੇ ਅਸਲੀ ਸੰਤ ਸਾਧੂ ਨੇ ਹਰੇਕ ਸ਼ਹਿਰ ਜਾਂ ਹਰੇਕ ਪਿੰਡ 'ਚ ਨਹੀਂ ਹੁੰਦੇ। ਹੈਨ ਜ਼ਰੂਰ ਸੇ ਵਿਰਲੇ ਸੰਸਾਰ। ਉਹ ਟਾਵੇਂ ਸੰਸਾਰ 'ਚ ਨੇ ਪਰ ਉਹਨਾਂ ਨੂੰ ਤੋਂ ਲੱਭ ਲੈਣਾ ਕਰ। ਖੋਜੋ ਸੰਤੋ ਹਰ ਬ੍ਰਹਮ ਗਿਆਨੀ। ਅਸਲ 'ਚ ਹਰੀਓ ਹੀ ਬ੍ਰਹਮ ਗਿਆਨੀ ਹੈ। ਉਹਨੂੰ ਤੂੰ ਲੱਭ ਲੈਣਾ ਕਰ। ਸੇ ਵਿਰਲੇ ਸੰਸਾਰ। ਉਹ ਵਿਰਲੇ ਨੇ ਜਿਹੜੇ ਹਰੀ ਰੂ ਬ੍ਰਹਮ ਗਿਆਨੀ ਨੂੰ ਲੱਭ ਰਹਿੰਦੇ ਨੇ। ਤਿਨ ਮਿਲਿਆ ਮੁਖ ਉਜਲਾ। ਐਸੇ ਬ੍ਰਹਮ ਗਿਆਨੀ ਸੰਤਾਂ ਦੀ ਸੰਗਤ ਦੁਆਰਾ ਮੁਖ ਉਜਲਾ ਹੁੰਦਾ ਹੈ। ਜਪ ਨਾਮ ਮੁਰਾਰ। ਸੰਗਤ ਵਿੱਚ ਜਾ ਕੇ ਜੇ ਮੁਰਾਰੀ ਪਰਮੇਸ਼ਰ ਦਾ ਨਾਮ ਜਪਾਂਗੇ ਤਾਂ ਉਹਨਾਂ ਮਹਾਤਮਾ ਜਨਾਂ ਦੇ ਨਾਲ ਮਿਲਣੇ ਕਰਕੇ ਲੋਕ ਪਰਲੋਕ ਦੇ ਵਿੱਚ ਉਜਲਾ ਮੁਖ ਨਿਰਮਲ ਹੋ ਜਾਂਦਾ। ਅੰਤःਕਰਨ ਰੂਪੀ ਮੁਖੜਾ ਉਜਲ ਹੋ ਜਾਂਦਾ। ਮੁਖੜਾ ਜਸ ਰੂਪੀ ਉਜਾਲੇ ਵਾਲਾ ਹੋ ਜਾਂਦਾ ਹੈ। ਬਾਬਾ ਸਾਚਾ ਸਾਹਿਬ ਹਿਰਦੈ ਸਮਾਲ। ਬਾਬਾ ਹੈ ਭਾਈ ਜੋ ਸੱਚਾ ਮਾਲਕ ਪਰਮੇਸ਼ਰ ਹੈ ਉਸ ਨੂੰ ਆਪਣੇ ਹਿਰਦੇ ਵਿੱਚ
ਸੰਭਾਲਣਾ ਕਰ, ਯਾਦ ਕਰ। ਸਤਿਗੁਰ ਆਪਣਾ ਪੂਛ ਦੇਖ, ਪੁੱਛ ਪੂਛ। ਦੇਖ। ਸਤਿਗੁਰੇ ਆਪਣਾ ਪੁੱਛ ਦੇਖ, ਆਪਣੇ ਸਤਿਗੁਰਾਂ ਨੂੰ ਪੁੱਛ ਕੇ ਵੇਖ ਲੈਣਾ ਕਰ। ਲੇਹੁ ਵਖਰ ਭਾਲ। ਉਹ ਵੀ ਇਹੀ ਉਪਦੇਸ਼ ਦੇਣਗੇ ਕਿ ਗੁਰਾਂ ਦੀ ਸੰਗਤ ਦੁਆਰਾ ਲਾਭਦਾਇਕ ਨਾਮ ਰੂਪੀ ਵਖਰ ਸੌਦਾ ਹੈ, ਇਹਨੂੰ ਖੋਜ ਲੈਣਾ ਕਰ। ਵਿਸ਼ਰਾਮ ਦੇ ਕਰ ਫਰਮਾਉਂਦੇ ਨੇ, ਇੱਕ ਸੱਚਾ ਸਭ ਸੇਵਦੀ। ਇੱਕੋ ਹੀ ਸੱਚਾ ਅਕਾਲ ਪੁਰਖ ਹੈ, ਸਾਰੀ ਸ੍ਰਿਸ਼ਟੀ ਉਸੇ ਦਾ ਸੇਵਨ ਕਰਦੀ ਹੈ। ਤੁਰ ਭਾਗ ਮਿਲਾਵਾ ਹੋਇ। ਪਰ ਤੁਰ ਆਦਿ ਤੋਂ ਨਿਸ਼ਕਾਮ ਕਰਮਾਂ ਵਾਲਿਆਂ ਦਾ ਹੀ ਉਸ ਪਰਮੇਸ਼ਰ ਨਾਲ ਮਿਲਾਪ ਹੁੰਦਾ ਜਿਹਦਾ ਲਿਖਿਆ ਹੈ। ਗੁਰਮੁਖ ਮਿਲੇ ਸੇ ਨਾ ਵਿਛੜ ਹੈ। ਜਿਹੜੇ ਪੁਰਖ ਗੁਰਮੁਖਾਂ ਦੀ ਸੰਗਤ ਵਿੱਚ ਮਿਲੇ ਨੇ ਜਾਂ ਮੁਖੀ ਗੁਰਾਂ ਨਾਲ ਮਿਲੇ ਨੇ, ਉਹ ਕਦੇ ਵੀ ਵਾਹਿਗੁਰੂ ਨਾਲੋਂ ਵਿਛੜਦੇ ਨਹੀਂ। ਪਾਵਹਿ ਸੱਚ ਸੋਇ। ਸਗੋਂ ਉਹ ਪੁਰਖ ਤਾਂ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦੇ ਸੁੱਖ ਨੂੰ ਪਾ ਲੈਂਦੇ ਨੇ। ਇੱਕ ਭਗਤੀ ਸਾਰ ਨਾ ਜਾਣਨੀ। ਇੱਕ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਭਗਤੀ ਦੀ ਖਬਰ ਹੀ ਨਹੀਂ ਜਾਣਦੇ ਹਨ। ਉਹਨਾਂ ਨੂੰ ਪਤਾ ਹੀ ਨਹੀਂ ਵੀ ਦੁਨੀਆ 'ਚ ਆਏ ਕਾਹਦੇ ਵਾਸਤੇ ਆ, ਖਾਧਾ ਪੀਤਾ ਲਾਹੇ ਲਾ, ਦਮ ਦਾ ਕੀ ਵਸਾ, ਭਗਤੀ ਦਾ ਉਹਨਾਂ ਨੂੰ ਪਤਾ ਹੀ ਨਹੀਂ। ਮਨ ਮੁਖ ਭਰਮ ਭੁਲਾਈ। ਕਿਉਂਕਿ ਭਰਮ ਨੇ ਮਨਮੁਖਾਂ ਨੂੰ ਭੁਲਾਇਆ ਹੋਇਆ ਹੈ। ਉਹਨਾਂ ਦੇ ਮਨ 'ਚ ਭੁਲੇਖਾ ਹੈ, ਪਤਾ ਨਹੀਂ ਮਾਇਆ ਦੇ ਵਿੱਚ ਹੀ ਸਭ ਕੁਛ, ਰਾਗ ਰੰਗ ਦੇ ਵਿੱਚ ਹੀ, ਸੋ ਇੱਥੇ ਹੀ ਸੁੱਖ ਆਨੰਦ ਹੈ। ਅਤੇ ਆ ਜਗ ਮਿੱਠਾ ਅਗਲਾ ਕੰਡਿਠਾ, ਅੱਗਾ ਪਾਸਾ ਉਹਨਾਂ ਨੂੰ ਯਾਦ ਨਹੀਂ ਹੈ ਕਿ ਅੱਗੇ ਜਮਕਾ ਲੇਖਾ ਲੀਵੈ, ਜਿਉਂ ਤੇ ਲਕਾਣੀ ਪੀੜਾਇੰਦਾ। ਉਹਨਾਂ ਵਿੱਚ ਆਪ ਵਰਤਦਾ। ਉਹਨਾਂ ਮਨਮੁਖਾਂ ਦੇ ਵਿੱਚ ਵੀ ਪਰਮੇਸ਼ਰ ਆਪ ਹੀ ਵਰਤਦਾ ਹੈ। ਕਰਨਾ ਕਿਛੂ ਨਾ ਜਾ। ਪਰ ਉਹਨਾਂ ਦੇ ਪਾਸੋਂ ਵੱਲ ਪੱਗ ਹੋਣ ਕਰਕੇ ਕੁਝ ਵੀ ਨਿਸ਼ਕਾਮ ਕਰਮ ਨਹੀਂ ਕੀਤਾ ਜਾ ਸਕਦਾ, ਜਾਂ ਉਹਨਾਂ ਮਨਮੁਖਾਂ ਦੇ ਅੰਦਰ ਹੰਕਾਰ ਵਰਤਦਾ ਹੈ। ਇਸੇ ਕਰਕੇ ਉਹਨਾਂ ਦੇ ਕੋਲੋਂ ਸਤਿਗੁਰਾਂ ਦੀ ਕਿਰਪਾ ਤੋਂ ਬਗੈਰ ਕੋਈ ਵੀ ਸ੍ਰੇਸ਼ਟ ਕਰਮ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੇ ਕਰਮ ਹੀ ਧਰਮ ਹੈ। ਆ ਜਿਹੜੇ ਚਾਈਨੀਜ਼ ਲੋਕ ਨੇ, ਹਾਂਗਕਾਂਗ ਦੇ ਵਿੱਚ ਚਾਈਨੀਜ਼ ਬੱਚਿਆਂ ਨੂੰ ਗੁਰਦੁਆਰੇ ਸਮਝਾਈਦਾ ਭਾਈ ਧਰਮ ਦੀ ਕਮਾਈ ਕਰਨੀ ਜ਼ਰੂਰੀ ਹੈ। ਬੱਚੇ ਅੱਜ ਕੱਲ੍ਹ ਸਮਝਦੇ ਨੇ, ਪਰ ਚਾਈਨਾ 'ਚ ਨਾ ਕੋਈ ਗੁਰਦੁਆਰਾ, ਨਾ ਮੰਦਰ, ਨਾ ਮਸੀਤ। ਕਹਿੰਦੇ ਧਰਮ ਬੰਦੇ ਨੂੰ ਕਮਜ਼ੋਰ ਕਰਦਾ, ਉਹ ਧਰਮ ਨੂੰ ਨਹੀਂ ਮੰਨਦੇ। ਕੰਮ ਕਰੋ ਬਸ, ਦਬਲ ਕੇ ਕੰਮ ਕਰੋ, ਦਿਨ ਰਾਤ ਕੰਮ 'ਚ ਇੰਨੇ ਐਕਸਪਰਟ ਨੇ ਵੀ ਥੋੜ੍ਹਾ ਵੀ ਆਲਸ ਨਹੀਂ ਕਰਦੇ। ਧਰਮ ਦਾ ਨਹੀਂ ਕੋਈ ਪਤਾ। ਕਹਿੰਦੇ ਕਰਮ ਹੀ ਧਰਮ ਹੈ। ਆ ਜਿਹੜੇ ਕਮਿਊਨਿਸਟ ਨੇ, ਸਮਾਜਵਾਦੀ ਲੋਕ ਰਸ਼ੀਆ ਦੇ, ਜਿਨ੍ਹਾਂ ਦਾ ਲਾਲ ਝੰਡਾ ਹੁੰਦਾ ਇੱਕ ਦਾਤਰੀ ਦੇ, ਉਹ ਕਿਰਤੀ ਜਿਹਨੂੰ ਕਹਿੰਦੇ ਨੇ, ਉਹ ਵੀ ਧਰਮ ਨੂੰ ਨਹੀਂ ਮੰਨਦੇ। ਬੇਮੁਖ ਨਾਸਤਕ, ਕਹਿੰਦੇ ਰੱਬ ਰੂਪ ਕੋਈ ਨਹੀਂ, ਕੋਈ ਸਤਿਗੁਰੂ ਨਹੀਂ, ਆਪਦਾ ਕੰਮ ਕਰੋ, ਕਿਰਤ ਕਰੋ, ਬਸ ਚੜ੍ਹਦੀ ਕਲਾ। ਕੰਮ ਹੀ ਧਰਮ ਹੈ, ਸਾਡਾ ਕੰਮ ਹੀ ਨਾਮ ਹੈ। ਪਰ ਐਸਾ ਨਹੀਂ ਸਾਧ ਸੰਗਤ ਜੀਓ। ਜਿਹੜਾ ਕੰਮ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਮੰਗ ਕੇ ਨਾ ਖਾਣਾ ਪਏ, ਇਸ ਲਈ ਗੁਰਸਿੱਖਾਂ ਨੂੰ ਕਿਰਤ ਕਰਨ ਦੀ ਆਗਿਆ ਦਿੱਤੀ ਹੈ। ਪਰ ਉਸ ਤੋਂ ਬਾਅਦ ਧਰਮ ਦੇ ਹਿੱਤ ਉਹਦੇ ਵਿੱਚੋਂ ਕੁਝ 10ਵਾਂ ਹਿੱਸਾ ਵੰਡ ਕੇ ਖਾਣ ਦੀ ਆਗਿਆ। ਫਿਰ ਸਵੇਰ ਸ਼ਾਮ ਘੱਟ ਤੋਂ ਘੱਟ ਤਾਂ ਜਾਂ ਕਾਰੋਬਾਰ ਦੇ ਵਿੱਚੋਂ ਮਾੜਾ ਮੋਟਾ ਵੇਲ ਹੋਵੇ, ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ, ਜਾਂ ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੋ ਜਦ ਮੁਕਤੀ ਹੋਣੀ ਹੈ ਤਾਂ ਧਰਮ ਕਮਾਉਣ ਨਾਲ, ਨਾਮ ਜਪਣ ਨਾਲ ਹੋਣੀ। ਕੰਮ ਕਰਨ ਨਾਲ ਬੰਦਾ ਮੁਕਤ ਨਹੀਂ ਹੁੰਦਾ ਹੈ। ਇਹ ਸਾਡੀ ਜ਼ਿੰਦਗੀ ਦਾ ਗੁਜ਼ਾਰਾ ਹੈ, ਇਹ ਧਰਮ ਨਹੀਂ ਹੈ। ਧਰਮ ਹੈ ਸੰਤ ਕਾ ਮਾਰਗ, ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਕੈਪਟਨ ਹਰਚੰਦ ਸਿੰਘ ਜੀ ਰੋਡੇ ਮੈਨੂੰ ਬੜੇ ਚੰਗੇ ਲੱਗਦੇ ਨੇ, ਅਤੇ ਜਦ ਵੀ ਮੈਂ ਮਿਲਦਾ ਮੈਂ ਕਹਿੰਦਾ ਕੋਈ ਗੱਲ ਸੁਣਾਓ ਸੰਤਾਂ ਦੀ, ਤੁਸੀਂ ਵੱਡੇ ਭਰਾ ਸੀ। ਕਹਿੰਦੇ ਇੱਕ ਦਿਨ ਮੈਂ ਆਖਿਆ ਹੰਕਾਰ ਵਿੱਚ, ਫੀਤੀਆਂ ਫੂਤੀਆਂ ਲੱਗੀਆਂ, ਵਰਦੀ ਪਾਈ, ਅਤੇ ਉਹ ਆਫਿਸਰ ਰਿਟਾਇਰ ਕੈਪਟਨ ਫੌਜ ਦੇ ਵਿੱਚੋਂ, ਜਦੋਂ ਅਟੈਕ ਹੋਇਆ ਕਹਿੰਦੇ ਜਲੰਧਰ ਮੇਰੀ ਡਿਊਟੀ ਸੀਗੀ। ਕਹਿੰਦੇ ਮੈਂ ਸੰਤਾਂ ਨੂੰ ਆਖਿਆ ਵੀ ਆ ਵੇਖ ਕਿੱਡਾ ਮੈਂ ਸੋਹਣਾ, ਅਤੇ ਇੰਨੀ ਮੇਰੀ ਤਨਖਾਹ,
1.5-2 ਲੱਖ ਤਾਂ ਹੋਊਗੀ, ਲੱਖ ਲੱਖ ਤਾਂ ਪੈਨਸ਼ਨ ਹੁੰਦੀ ਹੈ ਅਫਸਰਾਂ ਦੀ। ਤੇ ਤੂੰ ਦੱਸ ਵੀ ਤੇਰੀ ਕਮਾਈ ਕਿੰਨੀ ਹੈ? ਤੂੰ ਬੜਿਆ ਬੜਿਆ ਹੈ ਨਹੀਂ। ਤੋ ਮਹਾਂਪੁਰਖ ਆਪਦੀ ਸੁਰਤੀ ਬਿਰਤੀ 'ਚ ਜਪਜੀ ਸਾਹਿਬ ਦੇ ਪਾਠ ਕਰਦੇ ਰਹਿੰਦੇ ਆ। ਕਹਿੰਦੇ ਅੱਛਾ, ਕੋਈ ਜਵਾਬ ਨਹੀਂ ਦਿੱਤਾ। ਜਦ ਕਹਿੰਦੇ ਸੰਤ ਬਣੇ ਤੇ ਉੱਥੇ ਮੰਜੀ ਸਾਹਿਬ ਪ੍ਰਚਾਰ ਕਰ ਰਹੇ ਸੀ, ਮੈਂ ਦਰਸ਼ਨ ਕਰਨ ਗਿਆ ਤੇ ਪਤਾ ਨਹੀਂ ਕਿੰਨੇ ਇਲਾਕੇ ਦੀਆਂ ਸੰਗਤਾਂ ਲੈਣ ਲਾ ਕੇ ਖੜੀਆਂ ਤੇ ਕੁਝ ਮੱਥਾ ਟੇਕ ਰਹੀਆਂ ਤੇ ਪੈਸਿਆਂ ਦਾ ਢੇਰ ਥੱਲੇ ਬਾਬਾ ਜੀ ਉੱਪਰ ਬੈਠੇ ਹੋਏ, ਪੈਰ ਲਮਕਾ ਕੇ ਥੱਲੇ ਕਿੱਡਾ ਵੱਡਾ ਸਾਰਾ ਢੇਰ। ਕਹਿੰਦੇ ਆਓ ਕੈਪਟਨ ਸਾਹਿਬ। ਮਹਾਂਪੁਰਖਾਂ ਦੀ ਯਾਦ ਸ਼ਕਤੀ ਬੜੀ ਤੇਜ਼ ਸੀਗੀ। ਕਹਿੰਦੇ ਅੰਦਰ ਆਓ, ਇਹਨੂੰ ਗਿਣੋ। ਤੂੰ ਉਦੋਂ ਨੂੰ ਮੇਰੇ ਕੋਲ ਕਮਾਈ ਪੁੱਛੀ ਸੀਗੀ, ਤਨਖਾਹ ਪੁੱਛੀ ਸੀਗੀ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਕਮਾਈ ਹੈ, ਭਾਵੇਂ ਆਪਣੀ ਨਹੀਂ ਸਮਝੀ ਦੀ ਹੈ, ਸੰਗਤਾਂ ਦੀ। ਇੱਕ ਦਿਨ ਦੀ ਹੈ, ਇਹਨੂੰ ਗਿਣ। ਤੇ ਆ 2-4 ਘੰਟਿਆਂ ਦੀ ਹੈ। ਇਸ ਲਈ ਇਹ ਬਾਣੀ ਦੇ ਨਾਮ ਦੀ ਕਮਾਈ ਦਾ ਕੋਈ ਥਾਂ ਨਹੀਂ ਹੈ। ਜੇ ਬੰਦਾ ਕੋਈ ਕੰਮ ਵਾਲਾ ਹੰਕਾਰ ਕਰੇ ਵੀ ਨੌਕਰੀ ਜਾਂ ਕੰਮ ਜਾਂ ਇਸ ਤਰ੍ਹਾਂ ਜਾਂ ਉਸ ਤਰ੍ਹਾਂ। ਬਾਬੇ ਨਾਨਕ ਨੂੰ ਵੀ ਸਿੱਧਾ ਨੇ ਇਹੀ ਸਵਾਲ ਕੀਤਾ ਸੀ ਵੀ ਤੁਸੀਂ ਕਹਿੰਦੇ ਗੁਰਦੁਆਰੇ ਆ ਜਾਓ, ਬਾਣੀ ਪੜ੍ਹੋ, ਨਾਮ ਜਪੋ। ਜੇ ਸਾਰੇ ਤੁਹਾਡੇ ਆਖੇ ਲਾ ਕੇ ਮਾਲਾ ਫੜ ਲੈਣ, ਗੁਟਕੇ ਫੜ ਲੈਣ ਤੇ ਖੇਤੀ ਕੋਈ ਕਰੇ ਨਾ ਜਾਂ ਕੋਈ ਹੋਰ ਨੌਕਰੀ ਪੇਸ਼ਾ ਕੋਈ ਕੰਮ, ਦੇ ਦੁਨੀਆ ਰੁਕ ਜਾਊਗੀ। ਲੋਕ ਭੁੱਖੇ ਮਰਨਗੇ, ਖਾਣਗੇ ਕੀ? ਦੱਸੋ ਕਿਹੋ ਜਿਹੀ ਸਿੱਖਿਆ ਦਿੰਦੇ ਹੋ? ਮਾਰੇ ਕਹਿੰਦੇ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਪਹਿਲੀ ਗੱਲ ਤਾਂ ਸਾਰੇ ਮੇਰੀ ਗੱਲ ਮੰਨਣਗੇ ਨਹੀਂ, ਪਰ ਮੈਂ ਇੱਥੇ ਤੁਹਾਨੂੰ ਦਾਅਵੇ ਨਾਲ ਗੱਲ ਕਹਿੰਦਾ ਵੀ ਜਿੱਡਾ ਵੱਡਾ ਰੱਬ ਦਾ ਘਰ ਹੈ, ਜਿੰਨਾ ਕਿਸੇ ਦਾ ਟੱਬਰ ਹੋਵੇ ਓਨਾ ਹੀ ਉਹਦਾ ਪ੍ਰਬੰਧ ਹੁੰਦਾ ਹੈ। ਜੱਟਾਂ ਦੇ ਘਰਾਂ ਵੇ ਕਿੱਡੇ ਕਿੱਡੇ ਵੱਡੇ ਹੁੰਦੇ ਨੇ, ਕਿਉਂਕਿ ਉਹ 'ਚ ਟਰੈਕਟਰ ਖਲੋਣੇ ਹੁੰਦੇ, ਟਰਾਲੀਆਂ ਖੜਨੀਆਂ ਹੁੰਦੀਆਂ। ਅਤੇ ਆਮ ਬੰਦੇ ਦਾ ਘਰ ਉਹ ਰਕਸ਼ਾ ਖੜਨ ਜੋਗੀ ਵੀ, ਸਾਈਕਲ ਦੀ ਵੀ ਜਗ੍ਹਾ ਨਹੀਂ। ਜਿਸ ਤਰ੍ਹਾਂ ਦਾ ਸਿਸਟਮ ਹੈ ਉਸੇ ਤਰ੍ਹਾਂ ਦਾ ਸਭ ਕੁਛ ਹੈ। ਉਹ ਰੱਬ ਕਿੱਡਾ ਵੱਡਾ ਹੈ, ਸਾਡਾ ਮਾਂ ਪਿਓ ਦਾ ਘਰ ਵੀ ਵੱਡਾ ਵੱਡਾ। ਤੋ ਇਸ ਵਾਸਤੇ ਜੇ ਰੱਬ ਦੇ ਬੰਦਗੀ ਦੇ ਵਿੱਚ ਸਾਰੇ ਲੱਗ ਜਾਣ ਤਾਂ ਫਿਰ ਇਹ ਸਭ ਕੁਛ ਦੀ ਲੋੜ ਨਾ ਪਏ। ਮਹੱਲਾ ਪਹਿਲਾ। ਨਦੀਆਂ ਹੋਵੇ ਤੇਨਵਾ, ਸੁਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਇਹਦੇ ਅਰਥ ਹੁਣ ਤੁਸੀਂ ਆਪ ਸਮਝਿਓ। ਜੋ ਮੇਰੀ ਸਮਝ ਉਹ ਇਹੀ ਨੇ ਕਿ ਜਿੰਨੀਆਂ ਵੀ ਨਦੀਆਂ ਉਹ ਗਾਵਾਂ ਬਣ ਜਾਣ, ਪੱਠੇ ਪਾਉਣ ਦੀ ਚੋਣ ਦੀ ਲੋੜ ਹੀ ਨਾ ਰਹੇ। ਅਤੇ ਨਦੀਆਂ ਹੋਵੇ ਤੇਨਵਾ, ਸੁਮ ਹੋਵੇ ਦੁੱਧ ਕੀਓ। ਜਿਹੜੇ 7 ਸਮੁੰਦਰ ਨੇ ਉਹ ਕੋਈ ਦੁੱਧ ਦਾ ਕੋਈ ਘਿਓ ਦਾ ਬਣ ਜਾਏ, ਜਿੰਨੇ ਮਰਜ਼ੀ ਪੀਪੇ ਭਰੀ ਜਾਓ ਅਤੇ ਵਰਤੀ ਜਾਓ। ਸਗਲੀ ਧਰਤੀ ਸ਼ੱਕਰ ਹੋਵੇ। ਧੰਨ ਬਾਬੇ ਫਰੀਦ ਦੇ ਮਸਲੇ ਹੇਠਲੀ ਧਰਤੀ ਸਭਨਾਂ ਨੂੰ ਪਤਾ ਵੀ ਸ਼ੱਕਰ ਦੀ ਬਣ ਗਈ ਸੀ। ਉਹਨੇ ਰੱਜ ਕੇ ਖਾਧੀ ਫਿਰ ਵੀ ਨਹੀਂ ਮੁੱਕੇ, ਉਹ ਧਰਤੀ ਹੀ ਸ਼ੱਕਰ ਦੀ ਬਣ ਗਈ ਓਨੀ ਜਗ੍ਹਾ। ਖੁਸ਼ੀ ਕਰੇ ਨਿਤ ਜੀਓ, ਜਿੰਨਾ ਜੀਵਾਤਮਾ ਖੁਸ਼ੀ ਕਰੇ ਉਹ ਵਰਤੀ ਜਾਏ। ਤੋ ਇਸ ਤਰ੍ਹਾਂ ਇਹ ਮਹਾਰਾਜ ਨੇ ਉਹਨਾਂ ਨੂੰ ਸਾਧ ਸੰਗਤ ਜੀ ਉੱਤਰ ਦਿੱਤਾ ਸੀਗਾ। ਜੇ ਰੱਬ ਦੇ ਘਰ ਦਾ ਕੰਮ ਕਰਨ ਲੱਗ ਪਏ ਫਿਰ ਚੜ੍ਹਦੀ ਕਲਾ। ਵੇਖੋ ਇੱਥੇ ਕੋਈ ਪੈਲੀ ਦੀ ਕੋਈ ਠੇਕਾ ਨਹੀਂ, ਕੋਈ ਇੱਥੇ ਕੋਈ ਨੌਕਰੀ ਪੇਸ਼ਾ, ਕੋਈ ਪੈਨਸ਼ਨ ਨਹੀਂ, ਕੋਈ ਤਨਖਾਹ ਨਹੀਂ। ਸੰਗਤਾਂ ਦੇ ਵੱਲੋਂ ਹੀ ਸਭ ਪ੍ਰਬੰਧ ਹੋ ਰਹੇ, ਵਾਹਿਗੁਰੂ ਵੱਲੋਂ ਹੀ। ਇਉਂ ਪਰਬਤ ਸੋਈ ਨਾ ਰੁਪਾ ਹੋਵੇ, ਹੀਰੇ ਲਾਲ ਜੜਾਓ, ਅਤੇ ਭੀ ਤੂੰ ਹੈ ਸਲਾਹਣ, ਆਖਣ ਲਹਿ ਨਾ ਚਾਓ। ਲੋਕ ਕਈ ਵਾਰ ਈਰਖਾ 'ਚ ਕਹਿੰਦੇ ਆਖੇ ਜੀ ਆ ਪੱਥਰ ਲਾਉਣ ਦਾ ਕੀ ਫਾਇਦਾ ਹੈ ਜੀ, ਆ ਇੰਨਾ ਕੁਛ ਸੋਨਾ ਚੜਾਉਣ ਦਾ ਕੀ ਫਾਇਦਾ। ਬੰਦਾ ਪੁੱਛੇ ਵੀ ਤੇਰੇ 4 ਜੀ ਨੇ, 4.5 ਕਰੋੜ ਦੀ ਤੇਰੀ ਕੋਠੀ ਹੈ ਅਤੇ 4.5 ਤੂੰ ਉੱਤੇ ਲਾਤਾ। ਜੇ 3-4 ਜੀਆਂ ਨੂੰ ਇੰਨੇ ਕੁਛ ਦੀ ਲੋੜ ਹੈ ਵੀ ਜਿੱਥੇ ਆ ਕੇ ਪਬਲਿਕ ਨੇ ਬੈਠਣਾ, ਰੱਬ ਦਾ ਨਾਮ ਜਪਣਾ, ਕੋਈ ਰੱਬ ਦੇ ਘਰ ਦੀ ਗੱਲ ਸੁਣਨੀ ਹੈ, ਅਤੇ ਉਹ ਸਾਫ ਸਫਾਈ ਵਾਲੀ ਜਗ੍ਹਾ ਨਹੀਂ ਹੁੰਦੀ। ਦੱਸੋ, ਸਾਰੀ ਦੁਨੀਆ ਨੂੰ ਮਾਇਆ ਮਹਾਰਾਜ ਨੇ ਦਿੱਤੀ, ਸੋਨਾ ਚਾਂਦੀ ਤਾਂ ਵਾਹਿਗੁਰੂ ਦਾ ਹੈ। ਜੇ ਉਹਦੇ ਘਰ 'ਤੇ ਲੱਗ ਗਿਆ ਤਾਂ ਕਿੱਡਾ ਕੁ ਵੱਡਾ ਗੁਨਾਹ ਹੋ ਗਿਆ। ਤੋ ਇਸ ਲਈ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੀ ਵਡਿਆਈ ਹੈ। ਜਿਸ ਨਾਲ ਜੋਰ ਨਾ ਚਲਾਈ। ਮਨਮੁਖ ਲੋਕ ਹੰਕਾਰ ਦੇ ਵਿੱਚ ਮਸਤ ਨੇ, ਸ੍ਰੇਸ਼ਟ ਕਰਮ ਨਹੀਂ ਕਰਦੇ। ਪਾਤਸ਼ਾਹ ਜੀ ਕਥਨ ਕਰਦੇ ਜਿਸ ਵਾਹਿਗੁਰੂ ਦੇ ਨਾਲ ਕਿਸੇ ਦਾ ਬਲ ਵੀ ਨਹੀਂ ਚੱਲ ਸਕਦਾ। ਹਲੇ ਕੀਚੈ ਅਰਦਾਸ। ਉਸ ਵਾਹਿਗੁਰੂ ਦੇ ਅੱਗੇ ਖੜੋ ਕੇ
ਭਾਵ ਸਾਵਧਾਨ ਚਿੱਤ ਹੋ ਕੇ ਅਰਦਾਸ ਬੇਨਤੀ ਕਰੀਏ ਕਿ ਕਾਮ ਕ੍ਰੋਧ ਆਦਿਕ ਦੁਸ਼ਮਣਾਂ ਨੂੰ ਸਾਡੇ ਅਧੀਨ ਕਰ ਦੇਵੋ। ਨਾਨਕ ਗੁਰਮੁਖ ਨਾਮ ਮਨ ਵਸੈ। ਮਹਾਰਾਜ ਫਰਮਾਉਂਦੇ ਕਿ ਜਦ ਗੁਰਮੁਖਾਂ ਦੀ ਸੰਗਤ ਦੁਆਰਾ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਮਨ 'ਚ ਵਸ ਜਾਵੇ ਤਾ ਸੁਣ ਕਰੇ ਸਾਬਾਸ। ਤਾਂ ਫਿਰ ਨਾਮ ਸੁਣ ਕੇ ਪਰਮੇਸ਼ਰ ਧਨਤਾ ਦੀ ਯੋਗ ਕਰਦਾ, ਪਰਮੇਸ਼ਰ ਧਨਤਾ ਦੀ ਯੋਗ ਬਣਾ ਲੈਣਾ ਕਰਦਾ ਹੈ। ਇੱਥੇ ਸਮਾਪਤੀ ਹੈ ਜੀ। ਭੁੱਲ ਚੁੱਕ ਖਿਮਾ ਕਰੋ, ਕਿ ਦੋ ਸਮਤ ਬਖਸ਼ੋ। ਜਿਸ ਨਾਲ ਜੋਰ ਨਾ ਚਲਾਈ ਖਲੇ ਕੀਚੈ ਅਰਦਾਸ। ਨਾਨਕ ਗੁਰਮੁਖ ਨਾਮ ਮਨ ਮਨ ਵਸੈ ਵਸੈ ਤਾ ਸੁਣ ਕਰੇ ਸਾਬਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦਿ।